बहुत ही सत्कारयोग हाजरीन भैनों भरावो और प्यारे बच्चों, अज असीं कामरेड अजीत सिंह जी ਦੀ 9ਵੀਂ ਬਰਸੀ ਦੇ ਉੱਪਰ ਉਹਨਾਂ ਨੂੰ ਯਾਦ ਕਰ ਰਹੇ ਹਾਂ। ਔਰ ਯਾਦ ਉਹਨਾਂ ਲੋਕਾਂ ਨੂੰ ਹੀ ਕੀਤਾ ਜਾਂਦਾ ਜਿਨ੍ਹਾਂ ਨੇ ਕੋਈ ਸਮਾਜ ਤੋਂ ਅਲੱਗ ਕੰਮ ਕੀਤਾ ਹੁੰਦਾ, ਥੋੜਾ ਵੱਖਰਾ ਕੋਈ ਕੰਮ ਕੀਤਾ ਹੁੰਦਾ। ਨਹੀਂ ਤਾਂ ਆਮ ਤੌਰ ਤੇ ਜਿਹੜੇ ਸਮਾਜ ਦੇ ਕਦਮ ਦੇ ਵਿੱਚ ਕਦਮ ਮਿਲਾ ਕੇ ਚੱਲਣ ਵਾਲੇ ਲੋਕ ਹੁੰਦੇ ਨੇ, ਉਹਨਾਂ ਨੂੰ ਘੱਟ ਹੀ ਕੋਈ ਯਾਦ ਕਰਦਾ। ਈਵਨ ਉਹਨਾਂ ਦਾ ਪਰਿਵਾਰ ਵੀ ਉਹਨਾਂ ਨੂੰ ਯਾਦ ਨਹੀਂ ਕਰਦਾ। ਸਿਰਫ ਉਸ ਦਿਨ ਹੀ ਉਹਨਾਂ ਨੂੰ ਯਾਦ ਕਰਦੇ ਨੇ ਜਿੱਦੇ ਮਾਲ ਮਹਿਕਮੇ 'ਚ ਕੋਈ ਕੰਮ ਹੋਵੇ, ਕਿਉਂਕਿ ਜਿਹੜਾ ਸਾਡਾ ਮਾਲ ਮਹਿਕਮਾ, ਉਹ ਤੋਂ ਜੇ ਤੁਸੀਂ ਫਰਦ ਵੀ ਲੈਣੀ ਆ ਤਾਂ ਉਹ ਤੁਹਾਨੂੰ ਤੁਹਾਡਾ ਨਾਮ ਪੁੱਛੂਗਾ, ਫਿਰ ਤੁਹਾਡੇ ਪਿਤਾ ਜੀ ਦਾ ਨਾਮ ਪੁੱਛੂਗਾ, ਫਿਰ ਤੁਹਾਡੇ ਦਾਦਾ ਜੀ ਦਾ ਨਾਮ ਪੁੱਛੂਗਾ। ਔਰ ਬਹੁਤੇ ਤਾਂ ਦਾਦੇ ਦਾ ਨਾਂ ਉਦੋਂ ਹੀ ਯਾਦ ਕਰਦੇ ਨੇ ਜਿੱਦੇ ਮਾਲ ਮਹਿਕਮੇ 'ਚ ਕੋਈ ਆਪਾਂ ਨੂੰ ਕੰਮ ਧੰਦਾ ਪੈਂਦਾ। ਪਰ ਕੁਛ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੇ ਸਮਾਜ ਤੋਂ ਕੋਈ ਹਟ ਕੇ ਕੰਮ ਕੀਤਾ ਹੁੰਦਾ, ਜਿਨ੍ਹਾਂ 'ਚ ਮਤਲਬ ਸਰਦਾਰ ਅਜੀਤ ਸਿੰਘ ਵਰਗੇ ਲੋਕ ਆ ਜਿਹੜੇ ਉਹ ਆਉਂਦੇ ਨੇਗੇ। ਸੋ ਕਈ ਵਾਰ ਇਹ ਹੁੰਦਾ ਕਿ ਜਦੋਂ ਕੋਈ ਕੰਮ ਸਟਾਰਟ ਹੁੰਦਾ ਉਦੋਂ ਬਹੁਤ ਘੱਟ ਲੋਕ ਸ਼ੁਰੂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਸਮਝਦੇ ਹੁੰਦੇ ਨੇ। ਜੇ ਅਸੀਂ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਅਸੀਂ ਹਿਸਟਰੀ ਦੇ ਵਿੱਚ ਦੇਖਦੇ ਹਾਂ ਵੀ ਉਹਨਾਂ ਦੇ ਨਾਲ ਦੋ ਹੀ ਬੰਦੇ ਲੰਬਾ ਸਮਾਂ ਚੱਲੇ, ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ। ਔਰ ਉਹਨਾਂ 'ਚੋਂ ਵੀ ਕਈ ਵਾਰ ਕਿਤੇ ਮਰਦਾਨਾ ਤਾਂ ਕਈ ਵਾਰ ਰੁੱਸ ਕੇ ਵੀ ਇੱਧਰ ਉੱਧਰ ਹੋ ਜਾਂਦਾ ਸੀਗਾ, ਔਰ ਉਹਨੂੰ ਗੁਰੂ ਸਾਹਿਬ ਨਾਲ ਉਹਨਾਂ ਦੇ ਕਈ ਗਿਲੇ ਸ਼ਿਕਵੇ ਵੀ ਹੋ ਜਾਂਦੇ ਸੀਗੇ। ਔਰ ਉਹਨਾਂ ਨੂੰ ਗੁਰੂ ਸਾਹਿਬ ਫਿਰ ਕਿਸੇ ਤਰੀਕੇ ਨਾਲ ਸਮਝਾਉਂਦੇ, ਮਨਾ ਲੈਂਦੇ, ਔਰ ਫਿਰ ਉਹ ਉਹਨਾਂ ਨੂੰ ਆਪਣੇ ਨਾਲ ਤੋਰਦੇ। ਔਰ ਉਹਨਾਂ ਸਮਿਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਵੀ ਬਹੁਤ ਸਾਰੇ ਲੋਕ ਐਸੇ ਸੀ ਜਿਹੜੇ ਕੁਰਾਈਆ ਕਹਿੰਦੇ ਸੀ। ਜਦੋਂ ਉਹਨਾਂ ਨੇ 20 ਰੁਪਈਆਂ ਦਾ ਬਿਜ਼ਨਸ ਸ਼ੁਰੂ ਕੀਤਾ, ਵਪਾਰ, ਉਹਨਾਂ ਦੇ ਪਿਤਾ ਜੀ ਨੇ ਉਹਨੂੰ ਕਿਹਾ, ਉਹਨਾਂ ਦਿਨਾਂ 'ਚ 20 ਰੁਪਏ ਬਹੁਤ ਹੀ ਬੜੀ ਗੱਲ ਸੀ, ਕਿਉਂਕਿ ਉਹ ਕੋਈ ਆਮ ਘਰ 'ਚੋਂ ਨਹੀਂ ਸੀ ਆਏ। ਉਹ ਇੱਕ ਵਧੀਆ, ਜਿਹਨੂੰ ਆਪਾਂ ਕਹਿੰਦੇ ਹਾਂ ਸਰਦੇਪੁਰ ਦੇ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ। ਔਰ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਉਹ ਪਟਵਾਰੀ ਸੀਗੇ। ਔਰ ਉਹਨਾਂ ਦਿਨਾਂ 'ਚ ਪਟਵਾਰੀ ਸੀ ਜਿਹੜਾ ਉਹ ਬਹੁਤ ਬੜੀ ਚੀਜ਼ ਹੁੰਦਾ ਸੀ। ਉਹ ਸਾਡੇ ਸਾਰੇ ਮਾਲ ਮਹਿਕਮੇ ਦੀ ਮਾਂ ਕਹਾਉਂਦਾ ਹੁੰਦਾ ਸੀ। ਔਰ ਉਸ ਘਰ ਦੇ ਵਿੱਚੋਂ ਵੀ ਉਹਨਾਂ ਨੇ ਉਹ ਬਿਜ਼ਨਸ ਸ਼ੁਰੂ ਕੀਤਾ। ਔਰ ਉਹਨਾਂ ਨੇ ਬਿਜ਼ਨਸ ਸ਼ੁਰੂ ਕਰਕੇ ਲੰਗਰ ਦਾ ਬਿਜ਼ਨਸ ਸ਼ੁਰੂ ਕਰਤਾ। ਔਰ ਕਈ ਲੋਕ ਉਹਨਾਂ ਨੂੰ ਉਸ ਗੱਲ ਨੂੰ ਇਸ ਰੂਪ 'ਚ ਵੀ ਯਾਦ ਕਰਦੇ ਨੇ ਕਿ ਸਿੰਘੂ ਬਾਰਡਰ ਦੇ ਉੱਪਰ ਇੱਕ ਮਤਲਬ ਮੁਸਲਮਾਨ ਪਰਿਵਾਰ ਆ ਜਿਹੜਾ ਉਹ ਜਾ ਰਿਹਾ ਸੀ, ਔਰ ਉਹ ਇੱਕ ਲੰਗਰ 'ਚ ਗਏ, ਦੂਸਰੇ 'ਚ ਗਏ। ਪਹਿਲੀਆਂ 'ਚ ਬਹੁਤ ਜ਼ਿਆਦਾ ਲੰਗਰ ਲੱਗੇ ਸੀਗੇ, ਕਿਉਂਕਿ ਉਦੋਂ ਤਾਂ ਇਹ 'ਚ ਵੀ ਸ਼ਾਇਦ ਥੋੜ੍ਹੇ ਜਿਹੇ ਚਿਰ ਦਾ ਹੀ ਅੰਦੋਲਨ ਆ। ਉਦੋਂ ਤਾਂ ਕਿਸੇ ਨੇ ਜਲੇਬੀਆਂ ਦਾ ਲਾਤਾ, ਕਿਤੇ ਨਿਕਾਸੇ ਦਾ ਲਾਤਾ, ਕਿਸੇ ਨਿਕਾਸੇ ਦਾ ਲਾਤਾ। ਉਹ ਉਹਨਾਂ ਦੀ ਇੱਕ ਔਰਤ ਆਪਣੇ ਬੰਦੇ ਨੂੰ ਪੁੱਛਣ ਲੱਗੀ ਵੀ ਇਹ ਜਿਹੜੇ ਸਰਦਾਰ ਨੇ ਵੀ ਇਹਨਾਂ ਇੰਨੇ ਲੰਗਰ ਲਾਈ ਬੈਠੇ ਨੇ, ਇਹਨਾਂ ਕੋਲੇ ਪੈਸਾ ਕਿੱਥੋਂ ਆਉਂਦਾ ਇਹਨਾਂ? ਤਾਂ ਉਹ ਕਹਿੰਦਾ ਵੀ ਇਹਨਾਂ ਦਾ ਇੱਕ ਗੁਰੂ ਹੋਇਆ ਪਹਿਲੀਆਂ 'ਚ, ਉਹਨੇ 20 ਰੁਪਈਆਂ ਦੀ FD ਕਰਾਈ ਸੀ, ਕਹਿੰਦਾ ਉਹ ਇਹਨਾਂ ਦੇ ਅਜੇ ਕੰਮ ਆਈ ਜਾਂਦੀ ਆ। ਹੁਣ ਉਹਨੇ ਉਹਨੂੰ ਸਮਝਾਉਣ ਲਈ ਇਹ ਤਰੀਕਾ ਵਰਤਿਆ ਕਿ ਉਹ 20 ਰੁਪਈਆਂ ਦੀ FD ਸੀ ਜਿਹੜੀ ਇਹਨਾਂ ਦੇ ਗੁਰੂ ਨੇ, ਗੁਰੂ ਨਾਨਕ ਦੇਵ ਜੀ ਨੇ ਕਰਵਾਤੀ ਸੀ। ਔਰ ਉਹ FD ਆ ਜਿਹੜੀ ਅਜੇ ਤੱਕ, ਮਤਲਬ ਉਹ ਜਿਹੜੀ ਪਰੰਪਰਾ ਸੀ ਜਿਹੜੀ ਉਹਨਾਂ ਨੇ ਲੰਗਰ ਦੀ ਤੋਰੀ, ਉਹ ਇਹਨਾਂ ਦੇ ਅੱਜ ਤੱਕ ਕੰਮ ਆਈ ਜਾਂਦੀ ਹੈ। ਇਸ ਕਰਕੇ ਉਹਨਾਂ ਦੇ ਉਹ FD ਕੰਮ ਆਈ ਜਾਂਦੀ ਹੈ। ਮਤਲਬ ਐਸੇ ਤਰੀਕੇ ਨਾਲ ਜਦੋਂ ਕੋਈ ਸਮਾਜ ਦੇ ਉਲਟ ਚੱਲ ਕੇ ਕੋਈ ਨਵੀਂ ਚੀਜ਼ ਪੈਦਾ ਕਰਦਾ ਤਾਂ ਉਹਨਾਂ ਨੂੰ ਬਹੁਤ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਜਿਵੇਂ ਕਿ ਸਰਦਾਰ ਅਜੀਤ ਸਿੰਘ ਜੀ ਨੇ ਵੀ ਕੀਤਾ।
ਕਿਉਂਕਿ ਜਦੋਂ ਇਹਨਾਂ ਨੇ ਦੇਖਿਆ ਕਿ ਸਮਾਜ ਦੇ ਵਿੱਚ ਇੰਨੀ ਨਾ ਬਰਾਬਰੀ ਆ, ਜਿਹਨੂੰ ਕਈਆਂ ਤੋਂ ਦੇਖ ਨਹੀਂ ਹੁੰਦਾ, ਇਹਨਾਂ ਤੋਂ ਦੇਖ ਨਹੀਂ ਹੋਇਆ, ਤਾਂ ਇਹਨਾਂ ਨੇ ਆਪਣਾ ਸਾਰਾ ਕੁਝ ਛੱਡ ਛਡਾ ਕੇ ਉਸ ਨਾ ਬਰਾਬਰੀ ਨੂੰ ਦੂਰ ਕਰਨ ਲਈ ਔਰ ਸਮਾਜ ਦੇ ਵਿੱਚ ਇੱਕ ਅੱਛੀ ਏਕਤਾ ਕਾਇਮ ਕਰਨ ਦੇ ਲਈ ਇਹਨਾਂ ਨੇ ਆਪਣਾ ਪੂਰੇ ਦਾ ਪੂਰਾ ਜੀਵਨ ਆ ਜਿਹੜਾ ਉਹ ਲਾਇਆ। 1990-95 ਤੇ ਲਗਭਗ ਆ ਕੇ ਜਿਹੜਾ ਸਾਡਾ ਗਰੁੱਪ ਸੀ ਜਿਹਦੇ 'ਚ ਆਗੂ ਭੂਮਿਕਾ ਅਦਾ ਕਰਦੇ ਸੀ, ਸਾਡੇ ਇਹ ਗੱਲ ਸਮਝ 'ਚ ਆਈ ਕਿ ਗੈਰ ਬਰਾਬਰੀ, ਸਮਾਜਿਕ ਗੈਰ ਬਰਾਬਰੀ ਦੇ ਨਾਲ ਨਾਲ ਇੱਕ ਨਵੀਂ ਸਮੱਸਿਆ ਉਤਪੰਨ ਹੋ ਗਈ ਸਾਡੇ ਸਮਾਜ ਦੇ ਵਿੱਚ। ਉਹ ਹੈਗਾ ਵਾਤਾਵਰਨ ਦਾ ਪਲੀਤ ਹੋਣਾ। ਇਹ ਗੱਲ ਸਾਡੇ 1990 ਦੇ ਕਰੀਬ ਸਾਡੇ ਗੱਲ ਇਹ ਸਭਾ ਦੇ ਵਿੱਚ, ਸਾਡੇ ਸਾਰੇ ਗਰੁੱਪ ਦੇ ਵਿੱਚ ਚਰਚਾ ਦੇ ਵਿੱਚ ਆਈ ਔਰ ਕਰੀਬ ਅਸੀਂ 2000 ਤੱਕ ਅਸੀਂ ਇਸ ਗੱਲ ਦੇ ਉੱਪਰ ਪੂਰੇ ਪੱਕੇ ਹੋ ਗਏ ਕਿ ਇਹ ਸਮੱਸਿਆ ਗੈਰ ਬਰਾਬਰੀ ਨਾਲੋਂ ਵੀ ਜ਼ਿਆਦਾ ਸੀਰੀਅਸ ਹੋ ਜਾਏਗੀ ਆਉਣ ਵਾਲੇ ਦਿਨਾਂ 'ਚ, ਕਿਉਂਕਿ ਗੈਰ ਬਰਾਬਰੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਤਕਲੀਫ ਦੇ ਤਾਂ ਜ਼ਰੂਰ ਨੇ, ਪਰ ਉਹ ਧਰਤੀ ਤੋਂ ਜੀਵਨ ਨਹੀਂ ਖਤਮ ਕਰਦੀਆਂ। ਉਹਦੇ 'ਚ ਜਿਹੜਾ ਗਰੀਬ ਆ ਉਹ ਗਰੀਬੀ ਹੰਢਾਉਂਦਾ, ਬਹੁਤ ਤਕਲੀਫਾਂ ਸਹਿੰਦਾ, ਪਰ ਉਹਦੇ ਕਰਕੇ ਧਰਤੀ ਤੋਂ ਇਸ ਕਾਇਨਾਤ ਦਾ ਖਤਮ ਹੋਣਾ ਸੰਭਵ ਨਹੀਂ ਹੈਗਾ। ਲੇਕਿਨ ਜਿਹੜੀ ਇਹ ਵਾਤਾਵਰਨ ਦੀ ਸਮੱਸਿਆ ਖੜੀ ਹੋਊਗੀ, ਇਹਦੇ ਬਾਰੇ ਤਾਂ ਇਹ ਕਿਹਾ ਜਾ ਰਿਹਾ, ਜਾਂ ਜਿਹੜੇ ਜ਼ਿਆਦਾ ਸੂਝਵਾਨ ਲੋਕ ਨੇ, ਦੂਰ ਦ੍ਰਿਸ਼ਟੀ ਦੇ ਲੋਕ ਨੇ, ਜਿਨ੍ਹਾਂ ਨੂੰ ਵਿਗਿਆਨੀ ਵੀ ਅਸੀਂ ਬੋਲਦੇ ਹਾਂ, ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਯਾਰ ਇਸ ਧਰਤੀ ਤੋਂ ਜੀਵਨ ਵੀ ਖਤਮ ਹੋ ਸਕਦਾ, ਕਿਉਂਕਿ ਜੇ ਜੀਵਨ ਆ ਉਹ ਇਸੇ ਧਰਤੀ 'ਤੇ ਹੀ ਆ, ਹੋਰ ਕਿਸੇ ਗ੍ਰਹਿ 'ਤੇ ਜੀਵਨ ਨਹੀਂ ਹੈਗਾ। ਔਰ ਇਸ ਧਰਤੀ 'ਤੇ ਜੀਵਨ ਇਸ ਕਰਕੇ ਆ ਕਿਉਂਕਿ ਇੱਥੇ ਜੀਵਨ ਨੂੰ ਪਨਪਣ ਦੇ ਲਈ, ਉਹਨੂੰ ਵਿਕਸਿਤ ਹੋਣ ਦੇ ਲਈ ਇੱਕ ਉਚਿਤ ਮਾਹੌਲ ਆ, ਜਿਹਨੂੰ ਅਸੀਂ ਵਾਤਾਵਰਨ ਦਾ ਨਾਂ ਦਿੰਦੇ ਹਾਂ। ਲੇਕਿਨ ਉਹ ਮਾਹੌਲ ਆ ਜਿਹੜਾ ਉਹ ਲਗਾਤਾਰ ਆ ਜਿਹੜਾ ਉਹਦੇ 'ਚ ਗੜਬੜੀਆਂ ਆ ਰਹੀਆਂ ਨੇ, ਉਹਦੇ 'ਚ ਸਮੱਸਿਆਵਾਂ ਆ ਰਹੀਆਂ ਨੇ। ਜਦੋਂ ਅੱਜ ਅਸੀਂ ਅਜੀਤ ਸਿੰਘ ਨੂੰ ਯਾਦ ਕਰ ਰਹੇ ਹਾਂ ਤਾਂ ਇੰਗਲੈਂਡ ਦਾ ਇੱਕ ਸੂਬਾ ਸਕਾਟਲੈਂਡ ਦਾ ਇੱਕ ਸ਼ਹਿਰ ਆ ਗਲਾਸਗੋ ਦੇ ਵਿੱਚ 31 ਤਰੀਕ ਤੋਂ ਇੱਕ ਦੁਨੀਆ ਦਾ ਸੰਮੇਲਨ ਚੱਲ ਰਿਹਾ ਔਰ ਉਹ ਸੰਮੇਲਨ 12 ਤਰੀਕ ਤੱਕ ਚੱਲੂਗਾ। 31 ਨੂੰ ਉਹ ਸ਼ੁਰੂ ਹੋਇਆ ਔਰ ਉਹਦੇ 'ਚ ਦੁਨੀਆ ਦੇ ਬੜੇ ਬੜੇ ਲੀਡਰ ਨੇ, ਜਿਹੜੇ ਕਈ ਜਾ ਵੀ ਆਏ ਔਰ ਕਈ ਜਾ ਵੀ ਰਹੇ ਨੇ ਔਰ ਕਈ ਉੱਥੇ ਮੌਜੂਦ ਵੀ ਨੇ। ਉਹ ਸਿਰਫ ਇੱਕ ਗੱਲ ਦੇ ਉੱਪਰ ਹੀ ਹੋ ਰਿਹਾ ਕਿ ਜਿਹੜਾ ਸਾਡੀ ਧਰਤੀ ਦਾ ਤਾਪਮਾਨ ਆ ਇਹ 1.5 ਡਿਗਰੀ ਤੋਂ ਜ਼ਿਆਦਾ ਨਹੀਂ ਵਧਣਾ ਚਾਹੀਦਾ। ਹੁਣ ਤੱਕ ਇਹ 1.2 ਡਿਗਰੀ ਸੈਂਟੀਗ੍ਰੇਡ ਆ ਜਿਹੜਾ ਉਹ ਵੱਧ ਚੁੱਕਿਆ ਔਰ ਉਹਨਾਂ ਦਾ ਕਹਿਣਾ ਇਹ ਆ ਵੀ 1.5 ਡਿਗਰੀ ਜਾਣੇ 0.3 ਰਹਿੰਦੇ ਨੇ ਬਾਕੀ ਵਧਣ ਵਾਲੇ, ਵੀ 1.5 ਤੋਂ ਨਹੀਂ ਵਧਣਾ ਚਾਹੀਦਾ। ਅਗਰ ਇਹ 1.5 ਤੋਂ ਵਧੂਗਾ ਤਾਂ ਸਾਡਾ ਸਾਰਾ ਜਿਹੜਾ ਵਾਤਾਵਰਨ ਆ ਉਹਦੇ ਵਿੱਚ ਬਹੁਤ ਬੜੀ ਤਬਦੀਲੀ ਆ ਜਿਹੜੀ ਉਹ ਆ ਜਾਣੀ ਆ ਔਰ ਉਸ ਤਬਦੀਲੀ ਦੇ ਨਾਲ ਨਵੇਂ ਵਾਇਰਸ ਵੀ ਜਨਮ ਲੈਣਗੇ ਔਰ ਸਾਡੀ ਖੇਤੀ ਨੂੰ ਖਾਸ ਕਰਕੇ ਬਹੁਤ ਵੱਡੀ ਸਮੱਸਿਆ ਸਾਹਮਣੇ ਆ ਜਾਊਗੀ ਔਰ 2 ਤੋਂ 3 ਅਰਬ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਊਗਾ ਦੁਨੀਆ ਦੇ ਵਿੱਚ। ਔਰ ਉਹ ਜਿਹੜਾ ਸੰਮੇਲਨ ਆ ਉਹ ਚੱਲ ਰਿਹਾ, ਉਹਦੇ 'ਚ ਆਪਣੇ ਨਾਲ ਸੰਬੰਧਿਤ ਵੀ ਕੁਝ ਲੋਕ ਗਏ ਹੋਏ ਨੇ, ਸਾਡੀ ਜਥੇਬੰਦੀ ਨਾਲ ਜਿਹੜੇ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਇਹਦੇ ਵੀ ਕੁਝ ਵਿਗਿਆਨੀ ਆ ਜਿਹੜੇ ਉਹਦੇ 'ਚ ਹਿੱਸਾ ਲੈਣ ਉੱਥੇ ਗਲਾਸਗੋ ਪਹੁੰਚੇ ਹੋਏ ਨੇ ਔਰ ਉਹ ਦੱਸ ਰਹੇ ਨੇ ਕਿ ਕੋਈ ਵੀ ਜਿਹੜਾ ਬੜੇ ਕਾਰਪੋਰੇਟ ਘਰਾਣੇ ਨੇ ਉਹ ਆਪਦੀ ਗੱਲ ਤੋਂ ਪਿੱਛੇ ਮੁੜਨ ਲਈ ਤਿਆਰ ਨਹੀਂ ਹੈਗੇ, ਕਿਉਂਕਿ ਸਾਡੀ ਧਰਤੀ ਦਾ ਤਾਪਮਾਨ ਇਸ ਕਰਕੇ ਵੱਧ ਰਿਹਾ ਕਿ ਜਿਹੜੀ ਸਾਡੀ ਇੰਡਸਟਰੀ ਆ, ਸਾਡਾ ਥਰਮਲ ਆ, ਜਾਣੀ ਅਸੀਂ ਕੋਲੇ ਦੀ, ਡੀਜ਼ਲ ਦੀ, ਪੈਟਰੋਲ ਦੀ, ਇਹਨਾਂ ਔਰ ਗੈਸ ਦੀ ਵਰਤੋਂ ਲੋੜ ਤੋਂ ਜ਼ਿਆਦਾ ਕਰ ਰਹੇ ਹਾਂ ਔਰ ਜਦੋਂ ਅਸੀਂ ਇਹ ਵਰਤੋਂ ਲੋੜ ਤੋਂ ਜ਼ਿਆਦਾ ਕਰਦੇ ਹਾਂ ਤਾਂ ਕਈ ਕਿਸਮ ਦੀਆਂ ਸਮੱਸਿਆਵਾਂ ਸਾਡੇ ਸਾਹਮਣੇ ਪੈਦਾ ਹੁੰਦੀਆਂ ਨੇ। ਜਿਵੇਂ ਸਾਨੂੰ ਕਈ ਵਾਰ ਇਹ ਪ੍ਰਚਾਰ ਹੁੰਦਾ, ਜਿਵੇਂ ਜਦੋਂ ਗੈਸ ਆਈ ਆ ਚੁੱਲ੍ਹੇ ਵਾਲੀ LPG ਗੈਸ ਤੇ ਚੁੱਲ੍ਹਾ ਆਇਆ
ਉਦੋਂ ਇਹ ਕਿਹਾ ਗਿਆ ਵੀ ਜਿਹੜੀਆਂ ਸਾਡੀਆਂ ਬੀਬੀਆਂ ਨੇ, ਭੈਣਾਂ ਨੇ, ਬੱਚੀਆਂ ਨੇ, ਹੁਣ ਉਹਨਾਂ ਦੀਆਂ ਅੱਖਾਂ ਨੂੰ ਧੂਆਂ ਤੰਗ ਨਹੀਂ ਕਰੂਗਾ ਔਰ ਉਹਨਾਂ ਨੂੰ ਸਾਫ਼ ਕਿਸਮ ਦੀ ਜਿਹੜਾ ਐਨਰਜੀ ਆ ਉਹ ਮਿਲੂਗੀ। ਪਰ ਕਿਸੇ ਨੇ ਇਹ ਨਹੀਂ ਦੱਸਿਆ ਵੀ ਧੂਆਂ ਉਹਨਾਂ ਨੁਕਸਾਨ ਨਹੀਂ ਕਰਦਾ। ਗੈਸ ਜਲਣ ਦੇ ਨਾਲ ਜਿਹੜੀਆਂ ਉਹਦੇ ਚੋਂ ਕਈ ਚੀਜ਼ਾਂ ਨਿਕਲਦੀਆਂ ਨੇ ਉਹ ਜ਼ਿਆਦਾ ਖਤਰਨਾਕ ਨੇ ਧੂਏ ਨਾਲੋਂ। ਇਹ ਬਹੁਤਿਆਂ ਨੂੰ ਨਹੀਂ ਪਤਾ। ਅਸੀਂ ਕਈ ਚੀਜ਼ਾਂ ਸੁਣ ਲੈਂਦੇ ਹਾਂ। LED ਬਲਬ ਆ ਗਿਆ, ਪਹਿਲਾਂ CFL ਆਈ, ਫਿਰ LED ਬਲਬ ਆ ਗਿਆ। ਸਾਨੂੰ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ 10 ਪਾਵਰ ਦਾ 10 ਵਾਟ ਦਾ LED ਬਲਬ ਆ ਜਿਹੜਾ, ਉਹ 100 ਵਾਟ ਦੇ ਬਲਬ ਨਾਲੋਂ ਜ਼ਿਆਦਾ ਚਾਨਣ ਕਰਦਾ ਔਰ ਜਿਹਦੇ ਨਾਲ ਤੁਹਾਡੀ 90 ਵਾਟ ਦੀ ਬਚਤ ਹੁੰਦੀ ਆ, ਪੈਸੇ ਦੀ ਬਚਤ ਹੋਊਗੀ। ਉਹਦੇ ਨਾਲ ਬਿਜਲੀ ਘੱਟ ਮਚੂਗੀ ਤਾਂ ਬਿੱਲ ਘੱਟ ਆਊਗਾ। ਕੁੱਲ ਮਿਲਾ ਕੇ ਜਿਹੜਾ ਫਾਇਦਾ ਹੋਊਗਾ ਉਹ ਪੈਸੇ ਦੇ ਰੂਪ 'ਚ ਤੁਹਾਨੂੰ ਫਾਇਦਾ ਹੋਊਗਾ। ਪਰ ਅੱਜ ਤੱਕ ਸਾਨੂੰ ਕਿਸੇ ਨੇ ਇਹ ਨਹੀਂ ਦੱਸਿਆ ਵੀ LED ਜਿਹੜਾ ਬਲਬ ਆ ਉਹ ਇੰਨੀ ਚਾਨਣ ਕਿਉਂ ਕਰਦਾ, ਕੀ ਐਸੀ ਉਹਦੇ ਅੰਦਰ ਕੀ ਚੀਜ਼ ਆ ਕਿ ਉਹ 10 ਵਾਟ ਦਾ ਹੀ 100 ਵਾਟ ਦੇ ਜਿੰਨਾ ਚਾਨਣ ਦੇ ਦਿੰਦਾ। ਉਹਦੇ 'ਚ ਮੇਨ ਚੀਜ਼ ਇਹ ਆ ਕਿ ਉਹਦੇ ਅੰਦਰ ਮਰਕਰੀ ਲੱਗਿਆ ਹੋਇਆ, ਜਿਹਨੂੰ ਪਾਰਾ ਕਿਹਾ ਜਾਂਦਾ ਪੰਜਾਬੀ 'ਚ, ਅੰਗਰੇਜ਼ੀ ਵਾਲੇ ਉਹਨੂੰ ਮਰਕਰੀ ਕਹਿ ਦਿੰਦੇ ਨੇ। ਉਹਦੇ ਅੰਦਰ ਪਾਰਾ ਜਿਹੜਾ ਉਹਦੇ ਅੰਦਰ ਲੇਪ ਕੀਤਾ ਪਾਰੇ ਦਾ ਉਹਨਾਂ ਨੇ, ਔਰ ਪਾਰੇ ਨੇ ਚਾਨਣ ਨੂੰ ਬਹੁਤ ਜ਼ਿਆਦਾ ਤੇਜ਼ ਕਰ ਦਿੰਦਾ, ਉਹ ਜ਼ਿਆਦਾ ਉਹਦੀ ਚਮਕ ਪੈਦਾ ਕਰ ਦਿੰਦਾ, ਜਿਹਦੇ ਨਾਲ ਚਾਨਣ ਵੱਧ ਜਾਂਦਾ। ਇਹ ਗੱਲ ਤਾਂ ਠੀਕ ਆ ਕਿ 90 ਵਾਟ ਦੀ ਬਚਤ ਹੋਊਗੀ, ਪਰ ਸਾਨੂੰ ਇਹ ਕੋਈ ਨਹੀਂ ਦੱਸ ਰਿਹਾ ਵੀ ਉਹ ਪਾਰੇ ਵਾਲੇ ਬਲਬ ਜਦੋਂ ਫਿਊਜ਼ ਹੋ ਜਾਂਦੇ ਨੇ ਫਿਰ ਉਹਦਾ ਜਿਹੜਾ ਡਿਸਪੋਜ਼ਲ ਕਰਨ ਦਾ ਸਿਸਟਮ ਕੀ ਆ, ਉਹ ਕੋਈ ਸਿਸਟਮ ਹੀ ਨਹੀਂ। ਲੋਕ ਭੰਨ ਕੇ ਉੱਥੇ ਸਿੱਟ ਦਿੰਦੇ ਨੇ ਔਰ ਹੌਲੀ ਹੌਲੀ ਉਹ ਪਾਰਾ ਜਿਹੜਾ ਉਹ ਜ਼ਮੀਨ ਦੇ ਵਿੱਚ ਚਲਿਆ ਜਾਣਾ। ਅਗਰ ਉਹੀ ਪਾਰਾ ਜ਼ਮੀਨ 'ਚੋਂ ਸਾਡੀ ਖੁਰਾਕ ਦਾ ਹਿੱਸਾ ਬਣ ਗਿਆ, ਅਗਰ ਉਹੀ ਪਾਰਾ ਹੌਲੀ ਹੌਲੀ ਜ਼ਮੀਨ 'ਚ ਦੀ ਹੁੰਦਾ ਹੋਇਆ ਥੱਲੇ ਪਾਣੀ 'ਚ ਮਿਕਸ ਹੋ ਗਿਆ, ਤਾਂ ਪਾਰੇ ਵਾਲਾ ਭੋਜਨ ਤੇ ਪਾਰੇ ਵਾਲਾ ਪਾਣੀ ਤਾਂ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਖਤਰਨਾਕ ਹੈ। ਸਾਨੂੰ ਫੌਰੀ ਤਾਂ ਚੀਜ਼ ਦਿਖ ਗਈ ਕਿ ਸਾਡਾ ਜਿਹੜਾ ਬਿਜਲੀ ਦਾ ਬਿੱਲ ਘਟ ਗਿਆ, ਲੇਕਿਨ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੁਸਤਾਂ ਨੇ ਉਹਨਾਂ ਲਈ ਤਾਂ ਅਸੀਂ ਹੋਰ ਹੀ ਕੰਡੇ ਬੀਜੀ ਜਾਂਦੇ ਹਾਂ। ਉਹ ਕਿਵੇਂ ਜਿੰਦਾ ਰਹਿਣਗੇ ਪਾਰੇ ਵਾਲਾ ਪਾਣੀ ਪੀ ਕੇ, ਪਾਰੇ ਵਾਲਾ ਭੋਜਨ ਖਾ ਕੇ। ਇਸ ਕਰਕੇ ਕਈ ਚੀਜ਼ਾਂ ਸਾਨੂੰ ਇਹ ਦਿਖਾਈਆਂ ਜਾਂਦੀਆਂ ਨੇ, ਜਿਵੇਂ ਮਾਸਟਰ ਜੀ ਨੇ ਕਿਹਾ ਕਿ ਯਾਰ ਇੰਨਾ ਵਧੀਆ ਵਿਚਾਰ ਆ, ਫਿਰ ਵੀ ਲੋਕ ਇਹਨੂੰ ਕਿਉਂ ਨਹੀਂ ਅਡੋਪਟ ਕਰਦੇ। ਸਾਡੇ ਸਮਝਾਉਣ ਵਾਲਿਆਂ 'ਚ ਕੋਈ ਫਰਕ ਆ ਜਾਂ ਕੋਈ ਕਿਤੇ ਹੋਰ ਫਰਕ ਆ? ਇਹਦੇ ਬਾਰੇ 'ਚ ਮੇਰਾ ਸੋਚਣਾ ਇਹ ਆ ਕਿ ਸਮਾਜ ਕਿਸੇ ਸਮਾਜ ਸ਼ਾਸਤਰ 'ਤੇ ਚੱਲਦਾ। ਅੱਜ ਜਿਹੜਾ ਇਹ ਕਾਰਪੋਰੇਟ ਪ੍ਰਬੰਧ ਆ, ਇਹਦਾ ਸਮਾਜ ਸ਼ਾਸਤਰ ਹੀ ਇਹ ਆ ਕਿ ਜਿਹਦੇ ਕੋਲ ਜਿੰਨਾ ਜ਼ਿਆਦਾ ਪੈਸਾ ਹੋਊਗਾ ਉਹ ਉਨੀ ਸੁੱਖ ਸਹੂਲਤਾਂ ਮਾਣ ਲਊਗਾ, ਉਹਦੀ ਜ਼ਿੰਦਗੀ ਉਨੀ ਹੀ ਸੌਖੀ ਹੋ ਜੂਗੀ। ਇਸ ਕਰਕੇ ਇਸ ਸਮਾਜ ਨੇ ਸਾਡੇ ਸਾਹਮਣੇ ਇੱਕ ਸਮਾਜ ਸ਼ਾਸਤਰ ਪਰੋਸਤਾ ਕਿ ਕਿਸੇ ਤਰੀਕੇ ਨਾਲ ਹੀ ਕਮਾਓ, ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਓ। ਕਿਸੇ ਵੀ ਤਰੀਕੇ ਨਾਲ ਕਮਾਓ ਦਾ ਮਤਲਬ ਆ ਕਿ ਤੁਹਾਡੇ ਪੈਸਾ ਕਮਾਉਣ ਨਾਲ ਹਵਾ ਗੰਦੀ ਹੁੰਦੀ ਆ, ਹੋਣ ਦਿਓ। ਤੁਹਾਡੇ ਪੈਸਾ ਕਮਾਉਣ ਦੇ ਨਾਲ ਪਾਣੀ ਖਰਾਬ ਹੁੰਦਾ, ਹੋ ਜਾਣ ਦਿਓ। ਤੁਹਾਡੇ ਪੈਸਾ ਕਮਾਉਣ ਦੇ ਨਾਲ ਭੋਜਨ ਜ਼ਹਿਰੀਲਾ ਹੁੰਦਾ, ਉਹ ਜਾਣ ਦਿਓ। ਸੋਨੂੰ ਦੁੱਧ ਦੇ ਵਿੱਚ ਕੈਮੀਕਲ ਪਾ ਕੇ ਵੱਧ ਪੈਸੇ ਵੱਟੇ ਜਾਂਦੇ ਨੇ, ਪਾ ਦਿਓ। ਅਸੀਂ ਉਦੋਂ ਇਹ ਥੋੜ੍ਹੀ ਸੋਚਦੇ ਹਾਂ ਵੀ ਯਾਰ ਇਹ ਕਿਸੇ ਬੱਚੇ ਨੇ ਵੀ ਪੀਣਾ ਹੋ ਸਕਦਾ ਜਿਹੜੇ 'ਚ ਅਸੀਂ ਕੈਮੀਕਲ ਪਾ ਰਹੇ ਹਾਂ, ਕਿਸੇ ਮਰੀਜ਼ ਨੇ ਵੀ ਪੀਣਾ ਹੋ ਸਕਦਾ ਇਹ ਦੁੱਧ। ਪਰ ਨਹੀਂ, ਸਾਡਾ ਉਹ ਸਮਾਜ ਸ਼ਾਸਤਰ ਨੇ ਸਾਨੂੰ ਇੱਕ ਗੱਲ ਸਿਖਾਤੀ ਵੀ ਕਿਵੇਂ ਕਰੋ, ਪੈਸਾ ਬਣਾ ਲਓ। ਉਹ ਚੀਜ਼ ਆ ਜਿਹੜੀ ਜਦੋਂ ਸਾਡੀ ਯੁੱਧ ਨੀਤੀ ਇਹ ਬਣ ਗਈ ਕਿ ਕਿਸੇ ਤਰੀਕੇ ਨਾਲ ਹੀ ਕਮਾਉਣਾ, ਪੈਸਾ ਕਮਾਉਣਾ, ਫਿਰ ਬੰਦਾ ਫੇਅਰ ਔਰ ਫਾਊਲ ਦੇ ਵਿੱਚ ਫਰਕ ਕਰਨੋਂ ਹਟ ਜਾਂਦਾ ਕਿ ਪੈਸਾ ਜਿਹੜਾ, ਆਪਾਂ ਇਹ ਨਹੀਂ ਕਹਿੰਦੇ ਵੀ ਪੈਸਾ ਨਾ ਕਮਾਓ। ਪੈਸਾ ਕਮਾਉਣ ਦਾ ਮਤਲਬ ਆ ਕਿ ਤੁਸੀਂ ਠੀਕ ਤਰੀਕੇ ਨਾਲ ਪੈਸਾ ਕਮਾਓਗੇ ਤਾਂ ਜਿਹਨੂੰ ਪੁਰਾਣੇ ਸਾਡੇ ਮਤਲਬ ਗ੍ਰੰਥਾਂ ਦੇ ਵਿੱਚ ਸਾਨੂੰ ਸਮਝਾਇਆ ਗਿਆ ਵੀ ਫਿਰ ਤੁਹਾਨੂੰ ਪਾਪ ਨਹੀਂ ਲੱਗੂਗਾ। ਗਲਤ ਤਰੀਕੇ ਨਾਲ ਕਮਾਓਗੇ ਪਾਪ ਲੱਗੂਗਾ। ਪਾਪ ਲੱਗੂ ਦਾ ਮਤਲਬ ਇਹੀ ਆ ਕਿ ਤੁਹਾਨੂੰ ਉਹਦਾ ਖਮਿਆਜਾ ਆਉਣ ਵਾਲੇ ਸਮੇਂ 'ਚ ਫਿਰ ਭਾਈ ਭੁਗਤਣਾ ਪਊਗਾ।
ਉਹ ਖਮਿਆਜਾ ਭਾਵੇਂ ਅਸੀਂ ਖੁਦ ਭੁਗਤੀਏ ਜਾਂ ਸਾਡੀ ਔਲਾਦ ਭੁਗਤੇਗਾ, ਸਾਡੀ ਔਲਾਦ ਦੀ ਔਲਾਦ ਭੁਗਤੇ। ਇਸ ਕਰਕੇ ਜਦੋਂ ਖੇਤੀ ਦਾ ਇਹ ਡਿਜ਼ਾਈਨ ਆਇਆ ਤਾਂ ਸਿਰਫ ਇਹੀ ਕਿਹਾ ਗਿਆ ਨਾ ਵੀ ਇਹਦੇ ਨਾਲ ਉਤਪਾਦਨ ਵਧੂਗਾ ਔਰ ਕਿਸਾਨ ਮਾਲੋ ਮਾਲ ਹੋ ਜਾਊਗਾ। ਜਦੋਂ ਹਰੇ ਇਨਕਲਾਬ ਦਾ ਨਾਅਰਾ ਸਾਡੇ ਪੰਜਾਬ ਨੂੰ ਹਰੇ ਇਨਕਲਾਬ ਦਾ ਧੁਰਾ ਬਣਾਇਆ ਗਿਆ ਔਰ ਸਭ ਤੋਂ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਖੇਤੀ ਯੂਨੀਵਰਸਿਟੀ ਦਾ ਇਹਨਾਂ ਨੇ ਮਤਲਬ ਨੀਂਹ ਪੱਥਰ ਰੱਖਿਆ ਲੁਧਿਆਣੇ ਦੇ ਵਿੱਚ, ਉਦੋਂ ਮਤਲਬ ਹੀ ਇਹ ਸੀ ਕਿ ਹਰਾ ਇਨਕਲਾਬ ਆ ਜਿਹੜਾ ਉਹ ਜਿੱਥੇ ਆਮ ਪਬਲਿਕ ਦੀ ਭੁੱਖ ਦੂਰ ਕਰੂਗਾ ਉੱਥੇ ਕਿਸਾਨ ਦੇ ਬਾਰੇ ਨਿਆਰੇ ਹੋ ਜਾਣਗੇ, ਕਿਸਾਨ ਪੂਰੀ ਤਰ੍ਹਾਂ ਮਤਲਬ ਖੁਸ਼ਹਾਲ ਹੋ ਜਾਊਗਾ। ਸਾਨੂੰ ਪਹਿਲੀਆਂ 'ਚ ਲੱਗਿਆ ਵੀ ਇਹ ਗੱਲ ਕਿ ਜਦੋਂ ਅਸੀਂ ਜਿਵੇਂ ਇੱਕ ਨੌਜਵਾਨ ਮੁੰਡੇ ਨੂੰ, ਤੁਸੀਂ ਬੱਚੇ ਨੂੰ ਥੋੜ੍ਹੀ ਜਿਹੀ ਅਫੀਮ ਦੇ ਦਿਓ ਕਿ ਤਾਂ ਉਹਦੇ 'ਚ ਪਹਿਲੀ ਪਾਵਰ ਬਹੁਤ ਹੁੰਦੀ ਆ, ਨੌਜਵਾਨ ਹੁੰਦਾ ਉਹ, ਦੂਸਰਾ ਨਾਲ ਉਹਨੂੰ ਨਸ਼ਾ ਦੇਤਾ ਤਾਂ ਉਦੋਂ ਬਾਅਦ ਉਹ 2 ਜਣੇ 3 ਬੰਦਿਆਂ ਜਿੰਨਾ ਵੀ ਕੰਮ ਕਰ ਦਿੰਦਾ। ਤਾਂ ਪਹਿਲਾਂ ਅਸੀਂ ਧਰਤੀ ਨੂੰ ਜਦੋਂ ਸ਼ੁਰੂ 'ਚ ਨਸ਼ਾ ਦਿੱਤਾ ਤਾਂ ਧਰਤੀ ਨੇ ਬਹੁਤ ਕੁਛ ਦਿੱਤਾ, ਪਰ ਅਸੀਂ ਉਦੋਂ ਇਹ ਨਹੀਂ ਸੋਚਿਆ ਵੀ ਯਾਰ ਇਹਨੂੰ ਨਸ਼ਾ ਦੇਣਾ ਸ਼ੁਰੂ ਕਰਤਾ ਜਦੋਂ ਅਸੀਂ ਕਿ ਕਿਸੇ ਦਿਨ ਇਹ ਨਸ਼ਾ ਇਹਨੂੰ ਖਤਮ ਹੀ ਕਰ ਦੂਗਾ। ਅੱਜ ਸਾਡੀ ਸਥਿਤੀ ਇਹ ਹੋ ਗਈ ਕਿ 5 ਬੋਰੀਆਂ 4 ਬੋਰੀਆਂ ਯੂਰੀਏ ਤੇ ਅਸੀਂ ਪਹੁੰਚ ਗਏ। ਔਰ ਜਿਹੜੇ ਲੋਕ ਅੱਜ ਸਾਨੂੰ ਇਹ ਕਹਿ ਰਹੇ ਨੇ ਵੀ ਅੱਗ ਨਹੀਂ ਲਾਉਣੀ ਚਾਹੀਦੀ, ਅੱਜ ਜਿਹੜਾ ਸਾਡਾ ਖੇਤੀਬਾੜੀ ਦਾ ਜਿਹੜਾ ਮਹਿਕਮਾ ਅੱਜ ਉਹ ਸਾਨੂੰ ਮੱਤ ਦੇ ਰਿਹਾ, ਪਰ ਕਿਤੇ ਕੀ ਤੁਸੀਂ ਯਾਦ ਕੀਤਾ ਇਸ ਗੱਲ ਨੂੰ ਵੀ ਅੱਗ ਲਾਉਣ ਲਾਇਆ ਕਿਹਨੇ ਸੀ ਸਾਨੂੰ? ਜਦੋਂ ਪਹਿਲਾਂ ਜਦੋਂ ਆਪਾਂ ਜੀਰੀ ਨਹੀਂ ਸੀ ਬੀਜਦੇ ਹੁੰਦੇ ਉਦੋਂ ਸਾਡੇ ਕਮਾਦ ਹੁੰਦਾ ਸੀ, ਗੰਨਾ ਹੁੰਦਾ ਸੀ, ਤਾਂ ਉਹ ਆਮ ਤੌਰ 'ਤੇ ਜਿਹੜਾ ਖੇਤੀਬਾੜੀ ਦਾ ਮਾਹਰ ਆਉਂਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਵੀ ਗੰਨੇ ਦੀ ਪਰਾਲੀ ਨੂੰ ਅੱਗ ਲਾਓ, ਨਹੀਂ ਗੰਨੇ ਨੂੰ ਉੱਲੀ ਪੈ ਜੂ। ਔਰ ਉਦੋਂ ਬਾਅਦ ਇਹਨਾਂ ਨੇ ਕਿਹਾ ਵੀ ਜੇ ਜੀਰੀ 'ਚੋਂ ਨਦੀਨ ਮਾਰਨੇ ਨੇ ਤਾਂ ਜੀਰੀ ਨੂੰ ਖੜੀ ਨੂੰ ਅੱਗ ਲਾ ਦਿਆ ਕਰੋ, ਸਾਰੇ ਨਦੀਨ ਮੱਚ ਜਾਣਗੇ। ਔਰ ਹੁਣ ਉਹ ਸਾਡੇ ਤੇ ਸਿਆਣ ਘੁੱਟੀ ਜਾਂਦੇ ਨੇ ਵੀ ਦੇਖੋ ਜੀ ਅੱਗ ਲਾਉਣਾ ਬਹੁਤ ਗਲਤ ਆ ਜੀ, ਫਲਾਨਾ ਜੀ, ਵੀ ਇਹਨਾਂ ਨੂੰ ਪੁੱਛਣ ਵਾਲਾ ਉਹ ਵੀ ਸਿਖਾਇਆ ਕਿਹਨੇ ਆ। ਇਸ ਕਰਕੇ ਸਾਨੂੰ ਉਹ ਗੱਲਾਂ ਦਾ ਚੇਤਾ ਜਿਹੜਾ ਉਹ ਲਗਾਤਾਰ ਕਰਨਾ ਚਾਹੀਦਾ। ਔਰ ਉਹਦਾ ਸਾਡੀ ਇਸ ਸਾਰੀ ਕਾਸੀ ਦਾ ਸਿੱਟਾ ਕੀ ਨਿਕਲਿਆ, ਇਸ ਪੂਰੀ ਗੱਲ ਦਾ ਸਾਡੀ ਦਾ ਸਿੱਟਾ ਸਾਡੇ ਸਾਹਮਣੇ ਇਹ ਨਿਕਲਿਆ ਕਿ ਕਿਸਾਨ ਕਰਜ਼ਈ ਹੋ ਗਿਆ, ਉਹ ਫਾਹੇ ਲੈਣ ਲੱਗ ਗਿਆ, ਔਰ ਜਿਹੜੀਆਂ ਰੇਹ ਸਪਰੇਆਂ ਵਾਲੀਆਂ ਕੰਪਨੀਆਂ ਸੀ, ਜਿਹੜੀਆਂ ਵਪਾਰਕ ਫਰਮਾਂ ਸੀ, ਉਹ ਮਾਲੋ ਮਾਲ ਹੋ ਗਈਆਂ। ਈਵਨ ਆੜਤੀਏ ਵੀ ਮਾਲੋ ਮਾਲ ਹੋ ਗਏ, ਜਿਹੜੇ ਸਭ ਤੋਂ ਛੋਟੀ ਫਰਮਾਂ ਸਾਡੇ ਖੇਤੀਬਾੜੀ ਦੇ ਵਿੱਚ, ਜਿਹੜੀ ਮੁੱਢਲੀ ਇਕਾਈ ਆ ਖੇਤੀਬਾੜੀ ਦੇ ਵਿੱਚ ਵਪਾਰ ਦੀ, ਉਹ ਹੈਗਾ ਆੜਤੀਆ। ਆੜਤੀਆਂ ਨੂੰ ਵੀ 2.5% ਤੱਕ ਆੜਤ ਮਿਲਣ ਲੱਗ ਗਈ। ਔਰ ਜਿਹੜੇ ਪੈਸਟੀਸਾਈਡ ਵਾਲੇ, ਇਨਸੈਕਟੀਸਾਈਡ ਵਾਲੇ, ਵੀਡੀਸਾਈਡ ਵਾਲੇ, ਇਹਨਾਂ ਨੇ ਤਾਂ ਪਤਾ ਹੀ ਨਹੀਂ ਕੀ ਕੁਛ ਕਮਾ ਲਿਆ। ਔਰ ਕੱਲ੍ਹ ਪਰਸੋਂ ਦੇਖ ਲਓ ਵੀ DAP ਦਾ ਕੀ ਰੇਟ ਸੀਗਾ ਔਰ ਅੱਜ ਕੀ ਰੇਟ ਆ। ਮਤਲਬ 5-6 ਗੁਣਾ ਰੇਟ ਆ ਜਿਹੜੇ ਉਹਨਾਂ ਦੇ ਪ੍ਰੋਡਕਟਾਂ ਦੇ ਵੱਧ ਗਏ। 465 ਰੁਪਏ ਵਾਲੀ ਜਿਹੜੀ ਰੇਹ ਦੀ ਬੋਰੀ ਸੀ DAP ਦੀ, ਅੱਜ ਦੇਖ ਲਓ ਕਿੱਥੇ ਤੱਕ ਪਹੁੰਚ ਗਈ। ਅੱਜ ਉਹਦਾ ਜੇ ਰੀਅਲ ਕੀਮਤ ਦੇਖਦੇ ਹੋ ਤਾਂ 2400 ਰੁਪਏ ਆ। ਉਹ ਵੱਖਰੀ ਗੱਲ ਆ ਕਿ 1200 ਸਰਕਾਰ ਤੋਂ ਸਿੱਧੀ ਫੜ ਲੈਂਦੇ ਨੇ, 1200 ਸਾਥੋਂ ਲੈ ਲੈਂਦੇ ਨੇ, ਕੰਪਨੀ ਨੂੰ ਉਹਨੇ ਹੀ ਮਿਲ ਰਹੇ ਨੇ। ਸਾਨੂੰ ਐਂ ਲੱਗਦਾ ਵੀ 1200 ਹੀ ਆ ਰੇਟ, ਨਹੀਂ, ਰੇਟ 1200 ਨਹੀਂ ਹੈਗਾ, ਰੇਟ 2400 ਆ। 1200 ਸਿੱਧਾ ਗੌਰਮੈਂਟ ਤੋਂ ਲੈਂਦੇ ਨੇ ਉਹ, ਔਰ 1200 ਸਾਥੋਂ ਕਿਸਾਨਾਂ ਤੋਂ ਲੈਂਦੇ ਨੇ। ਯਾਨੀ ਕੁੱਲ ਮਿਲਾ ਕੇ ਰਿਜ਼ਲਟ ਇਹਦਾ ਇਸ ਪੂਰੇ ਦੇ ਪੂਰਾ ਜਿਹੜਾ ਖੇਤੀ ਦਾ ਇਹ ਡਿਜ਼ਾਈਨ ਸੀ, ਜਿਹਨੂੰ ਰਸਾਇਣਕ ਖੇਤੀ ਵੀ ਕਿਹਾ ਜਾਂਦਾ, ਜਿਹਨੂੰ ਉਦਯੋਗਿਕ ਖੇਤੀ ਵੀ ਕਿਹਾ ਜਾਂਦਾ, ਅੱਜ ਕੱਲ੍ਹ ਕੁਛ ਲੋਕ ਉਹਨੂੰ ਕਾਰਪੋਰੇਟ ਖੇਤੀ ਵੀ ਕਹਿੰਦੇ ਨੇ। ਕਿਉਂ ਕਹਿੰਦੇ ਨੇ? ਕਿਉਂਕਿ ਅੱਜ ਜਿਹੜਾ ਕਿਸਾਨ ਆ ਹੌਲੀ ਹੌਲੀ ਉਹਨੂੰ ਖੇਤੀ ਦੇ ਵਿੱਚੋਂ ਸਾਰੀਆਂ ਚੀਜ਼ਾਂ ਤੋਂ ਬਿਰਬੇ ਕਰਤਾ। ਬੀਜ ਕਿਸਾਨ ਕੋਲੇ ਨੇ, ਈਵਨ ਇੱਕ ਕਿਆਰਾ ਜਾਂ 2 ਕਿਆਰੇ ਜੇ ਤੁਸੀਂ ਬਰਸੀਨ ਦੇ ਵੀ ਬੀਜਣੇ ਨੇ ਨਾ,
ਤਾਂ ਅਸੀਂ ਮੁੰਡੇ ਨੂੰ ਕਹਿੰਦੇ ਵੀ ਪੁੱਤ ਤੂੰ ਮਾੜਾ ਜਿਹਾ ਰੋਟਾਵੇਟਰ ਲਿਆ ਖੇਤ, ਆਪਾਂ ਇਹਨੂੰ ਵਾਹੁੰਦੇ ਹਾਂ, ਅਤੇ ਮੈਂ ਭੱਜ ਕੇ ਦੁਕਾਨ ਤੋਂ ਬੀਜ ਫੜ ਲਿਆਵਾਂ। ਜਾਣੀ ਜਿਹੜੀ ਬੀਜ ਨੇ, ਬੀਜਾਂ ਦੇ ਵਪਾਰ ਦੇ ਉੱਪਰ 10 ਕੰਪਨੀਆਂ ਦਾ 67% ਬੀਜਾਂ ਦੇ ਵਪਾਰ 'ਤੇ ਕਬਜ਼ਾ। ਦੁਨੀਆ ਦੀਆਂ 10 ਕੰਪਨੀਆਂ ਦਾ 67%, 3 ਘੱਟ 70% ਬੀਜਾਂ ਦੇ ਵਪਾਰ 'ਤੇ ਕਬਜ਼ਾ। ਕੱਲੀ ਮਨਸੈਂਟੋ ਦਾ 23% ਦੁਨੀਆ ਦੇ ਬੀਜਾਂ ਦੇ ਵਪਾਰ 'ਤੇ ਕਬਜ਼ਾ ਕਰਦਾ। ਟੋਟਲ ਦਾ ਮਤਲਬ ਚੌਥਾ ਹਿੱਸਾ ਲਾ ਲਓ, ਟੋਟਲ ਦਾ ਚੌਥਾ ਹਿੱਸਾ ਬੀਜ ਆ ਜਿਹੜਾ, ਉਹ ਸਿਰਫ ਮਨਸੈਂਟੋ ਆ ਜਿਹੜੀ, ਉਹ ਲੋਕਾਂ ਨੂੰ ਸਪਲਾਈ ਕਰਦੀ ਆ। ਔਰ ਦੁਨੀਆ ਦੇ ਵਿੱਚ ਜਿਹੜਾ ਅਨਾਜ ਦਾ ਵਪਾਰ ਆ, ਅੱਜ 90% ਅਨਾਜ ਦੇ ਵਪਾਰ ਦੇ ਉੱਪਰ ਦੁਨੀਆ ਦਾ ਸਿਰਫ 4 ਕੰਪਨੀਆਂ ਦਾ ਕਬਜ਼ਾ। ਅਸੀਂ ਤੁਹਾਨੂੰ ਪਰਚਾ ਦੇਵਾਂਗੇ, ਉਹਦੇ 'ਚ ਉਹਨਾਂ ਦਾ ਕੱਲੀ ਦਾ ਨਾਮ ਵੀ ਤੁਸੀਂ ਦੇਖ ਸਕਦੇ ਹੋ। ਦੁਨੀਆ ਦੀ 65% ਜ਼ਮੀਨ ਆ ਜਿਹੜੀ, ਕਿੰਨੀ 65% ਜ਼ਮੀਨ ਆ ਜਿਹੜੀ, ਉਹਦੇ ਉੱਪਰ 1% ਐਗਰੀਕਲਚਰ ਫਾਰਮਰਜ਼ ਦਾ ਕਬਜ਼ਾ ਹੋ ਗਿਆ। ਗਰੀਬ ਮੁਲਕਾਂ ਦੀ ਬਹੁਤ ਸਾਰਾ ਜ਼ਮੀਨ ਆ ਜਿਹੜੀ, ਉਹ ਬੜੀਆਂ ਕੰਪਨੀਆਂ 1% ਉਹ ਖਰੀਦ ਚੁੱਕੀਆਂ। ਔਰ ਇਸੇ ਕਰਕੇ ਜਦੋਂ ਜਿਹੜੇ ਇਹ ਸਾਡੇ 3 ਕਾਨੂੰਨ ਆਏ, ਪਹਿਲਾਂ ਆਰਡੀਨੈਂਸ ਦੇ ਰੂਪ 'ਚ ਆਏ, ਉਦੋਂ ਬਾਅਦ ਉਹ ਕਾਨੂੰਨ ਦੇ ਰੂਪ ਦੇ ਵਿੱਚ ਆਏ। ਇਹ ਜਿਹੜੇ 3 ਕਾਨੂੰਨ ਸਰਕਾਰ ਲੈ ਕੇ ਆਈ, ਇਹ ਕੋਈ ਮੋਦੀ ਨਹੀਂ ਲੈ ਕੇ ਆਇਆ, ਇਹ ਮੋਦੀ ਦੀ ਪਲੈਨਿੰਗ ਨਹੀਂ ਹੈ। ਇਹ 2017 ਦੇ ਵਿੱਚ ਦੁਨੀਆ ਦੇ ਜਿਹੜੇ ਬੜੇ ਮਤਲਬ ਪੈਸੇ ਵਾਲੇ ਲੋਕ ਨੇ, ਧਨਵਾਨ ਲੋਕ ਨੇ, ਉਹਨਾਂ ਦਾ ਨਵਾਂ ਵਰਲਡ ਆਰਥਿਕ ਫੋਰਮ, ਵਰਲਡ ਇਕਨੋਮਿਕ ਫੋਰਮ, ਦੁਨੀਆ ਦਾ ਆਰਥਿਕ ਫੋਰਮ, ਉਹਨੇ 2017 ਦੇ ਵਿੱਚ ਆਪਣੇ ਇੱਕ ਸੰਮੇਲਨ ਦੇ ਵਿੱਚ ਆਪਣਾ ਐਗਰੀਕਲਚਰ ਵਿਜ਼ਨ ਪੇਸ਼ ਕੀਤਾ ਸੀ ਕਿ ਖੇਤੀ ਆ ਜਿਹੜੀ, ਇਹ ਹੁਣ ਸਿਰਫ ਇਹ ਚੀਜ਼ ਰਹੇਗੀ ਜਿਹੜੀ ਕਾਰਪੋਰੇਟ ਤੋਂ ਬਾਹਰ ਆ। ਇਸ ਖੇਤੀ ਤੇ ਹੁਣ ਪੂਰੇ ਦਾ ਪੂਰਾ ਕਾਰਪੋਰੇਟ ਦਾ ਕਬਜ਼ਾ ਹੋਣਾ ਚਾਹੀਦਾ। ਉਹਨਾਂ ਨੇ ਫਿਰ ਇੱਕ ਕਮੇਟੀ ਬਣਾਈ, ਔਰ ਉਹ ਕਮੇਟੀ ਦੇ ਵਿੱਚ ਜਿਹੜੇ ਬੰਦੇ ਲਏ, ਉਹ ਸਾਰੇ ਬੜੀਆਂ ਕੰਪਨੀਆਂ ਦੇ ਬੰਦੇ ਸੀ। ਔਰ ਉਹਨਾਂ ਦੀ ਇਹ ਡਿਊਟੀ ਲਾਈ ਕਿ ਤੁਸੀਂ ਗਰੀਬ ਮੁਲਕਾਂ ਦੀਆਂ ਜਾਂ ਜਿਹੜੇ ਵਿਕਾਸਸ਼ੀਲ ਮੁਲਕ ਨੇ, ਉਹਨਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਕਰੋ ਕਿ ਉਹ ਪ੍ਰਾਈਵੇਟ ਪਲੇਅਰਾਂ ਨੂੰ, ਮਤਲਬ ਬੜੇ ਕਾਰਪੋਰੇਟਾਂ ਨੂੰ ਖੇਤੀ ਦੇ ਵਿੱਚ ਦਾਖਲ ਹੋਣ ਦਾ ਰਾਹ ਖੋਲ੍ਹਣ। ਉਹਨਾਂ ਨੇ ਸਰਕਾਰ ਨੂੰ ਪੈਸੇ ਪੂਸੇ ਵੀ ਦਿੱਤੇ, ਮੋਦੀ ਹੋਰਾਂ ਨੂੰ, ਔਰ ਉਹਨਾਂ ਨੇ ਇਹ ਕਾਨੂੰਨ ਬਣਵਾ ਤੇ ਇਹਨਾਂ ਤੋਂ ਕਹਿ ਕੇ। ਸਿਰਫ ਮਤਲਬ ਕੀ ਸੀ ਉਹਨਾਂ ਦਾ? ਮਤਲਬ ਇਹੀ ਸੀ ਕਿ ਜਿਹੜੇ ਵੱਡੇ ਜਿਹੜੇ ਘਰਾਣੇ ਨੇ, ਜਿਨ੍ਹਾਂ ਨੂੰ ਬੜੇ ਕਾਰਪੋਰੇਟ ਹਾਊਸ ਬੋਲਿਆ ਜਾਂਦਾ, ਉਹਨਾਂ ਦਾ ਖੇਤੀ ਦੇ ਉੱਪਰ ਪੂਰੀ ਤਰ੍ਹਾਂ ਕਬਜ਼ਾ ਹੋ ਜੇ। ਉਹਦੇ 'ਚ ਅਸੀਂ ਤੁਹਾਨੂੰ ਇੱਕ ਪਰਚਾ ਦੇਵਾਂਗੇ, ਉਹਦੇ 'ਚ ਕਿਹੜੇ ਮੈਂਬਰ ਲਏ, ਕਿਹੜੀ ਕੰਪਨੀ ਦੇ ਸੀ, ਉਹ ਬਕਾਇਦਾ ਤੁਹਾਨੂੰ ਉਹਦੇ 'ਚੋਂ ਮਿਲਣਗੇ, ਤੁਸੀਂ ਪੜ੍ਹ ਸਕਦੇ ਹੋ। ਔਰ ਇਸ ਕਰਕੇ ਜਿਹੜਾ ਇਹ ਪੂਰੀ ਦੀ ਪੂਰੀ ਖੇਤੀ ਹੈ ਜਿਹੜੀ, ਇਹ ਅੱਜ ਕਿਸਾਨਾਂ ਦੇ ਵੀ ਵਿਰੋਧੀ ਹੋਊਗੀ, ਅੱਜ ਇਹ ਆਮ ਇਨਸਾਨ ਦੇ ਵੀ ਵਿਰੋਧੀ ਹੋਊਗੀ, ਅੱਜ ਇਹ ਪ੍ਰਕਿਰਤੀ ਦੇ, ਕੁਦਰਤ ਦੇ ਵੀ ਵਿਰੋਧੀ ਹੋਊਗੀ। ਕਿਉਂਕਿ ਇਹਨੇ ਸਾਡੀ ਮਿੱਟੀ ਖਰਾਬ ਕਰਤੀ, ਇਹਨੇ ਸਾਡੇ ਪੀਣ ਵਾਲਾ ਪਾਣੀ ਖਰਾਬ ਕਰਤਾ, ਔਰ ਇਹਨੇ ਸਾਡਾ ਭੋਜਨ ਖਰਾਬ ਕਰਤਾ, ਜਿਹਦੇ ਨਾਲ ਸਾਡੀ ਸਿਹਤ ਵੀ ਖਰਾਬ ਹੋ ਗਈ। ਹੁਣ ਫਿਰ ਕੋਈ ਨਾ ਕੋਈ ਵਾਇਰਸ ਆ ਰਿਹਾ, ਔਰ ਵਾਇਰਸ ਤੋਂ ਸਰਕਾਰ ਇੱਕੋ ਹੀ ਗੱਲ ਕਹਿ ਰਹੀ ਹੈ ਹੁਣ ਕਿ ਹੁਣ ਤੁਸੀਂ ਵੈਕਸੀਨ ਲਵਾ ਲਓ। ਔਰ ਜਿਨ੍ਹਾਂ ਮੁਲਕਾਂ ਦੇ ਵਿੱਚ, ਯੂਰਪ ਦੇ ਵਿੱਚ ਵੈਕਸੀਨ ਬਣੀ, ਔਰ ਉਹਨਾਂ ਦੀ ਅੱਧ ਤੋਂ ਜ਼ਿਆਦਾ ਪਾਪੂਲੇਸ਼ਨ, 60% ਤੋਂ ਜ਼ਿਆਦਾ ਪਾਪੂਲੇਸ਼ਨ ਵੈਕਸੀਨੇਸ਼ਨ ਹੋ ਗਈ, ਜਿਹਦੇ 2 ਡੋਜ਼ਾਂ ਲੱਗ ਗਈਆਂ, ਮਤਲਬ 2 ਟੀਕੇ ਜਿਹਦੇ ਲੱਗ ਜਾਂਦੇ ਨੇ, ਉਹਨੂੰ ਕਹਿੰਦੇ ਨੇ ਵੀ ਇਹ ਫੁੱਲ ਵੈਕਸੀਨੇਸ਼ਨ ਹੋ ਗਈ ਇਹਦੀ। ਔਰ ਉੱਥੇ ਕੱਲ ਜਿਹੜਾ
ਸਾਡੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹਦਾ ਇੱਕ ਬਿਆਨ ਆਇਆ ਕਿ ਕਰੋਨਾ ਜਿਹੜਾ ਉਹ ਯੂਰਪ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਫੈਲ ਗਿਆ, ਔਰ ਉਹਨਾਂ ਨੇ ਇੱਕ ਐਸਟੀਮੇਟ ਦਿੱਤਾ ਕਿ ਯੂਰਪ ਦੇ ਵਿੱਚ ਹੁਣ 5 ਲੱਖ ਲੋਕ ਇਸ ਲਹਿਰ 'ਚ ਕਰੋਨਾ ਨਾਲ ਮਰਨਗੇ, ਔਰ ਉਹ ਮਰ ਰਹੇ ਨੇ ਜਿਨ੍ਹਾਂ ਦੇ 2-2 ਟੀਕੇ ਲੱਗੇ ਹੋਏ ਨੇ। ਚੱਕਰ ਕੀ ਆ? ਚੱਕਰ ਇਹ ਆ ਕਿ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਹੀ ਇਹ ਜਿਹੜੀ ਵੈਕਸੀਨ ਬਣਾਈ ਆ, ਔਰ ਦੁਨੀਆ 'ਚ ਕੋਈ ਵੀ ਐਸੀ ਵੈਕਸੀਨ ਨਹੀਂ ਹੈਗੀ ਜਿਹਦੇ ਤੇ ਭਰੋਸਾ ਕੀਤਾ ਜਾ ਸਕਦਾ। ਹੁਣ ਤੁਸੀਂ ਪੜੋਗੇ ਜਾਂ ਮਸ਼ਹੂਰੀ ਸੁਣਦੇ ਹੋ, ਉਹ ਕਹਿਣਗੇ ਵੈਕਸੀਨ ਜਿਹਨੇ ਵੈਕਸੀਨ ਕਰਵਾ ਵੀ ਲਈ ਫਿਰ ਵੀ ਤੁਸੀਂ ਮਾਸਕ ਵੀ ਲਾ ਕੇ ਰੱਖਣਾ, ਦੂਸਰੇ ਨਾਲੋਂ ਸੋਸ਼ਲ ਡਿਸਟੈਂਸ ਵੀ ਕਰਕੇ ਰੱਖਣਾ। ਵੀ ਜਦੋਂ ਪਹਿਲਾਂ ਵੈਕਸੀਨ ਹੀ ਲੱਗ ਗਈ। ਸਾਡੇ ਮਤਲਬ ਪਿੰਡ ਦੇ ਵਿੱਚ ਇੱਕ ਬੰਦਾ ਮੇਰਾ ਗੁਆਂਢੀ ਵੀ ਸੀ, ਸਾਡੇ ਵਾਰਡ ਦਾ ਪੰਚ ਵੀ ਸੀ, ਉਹ ਟਿੱਕਰੀ ਬਾਰਡਰ ਤੇ ਗਿਆ ਸੀ ਔਰ ਉੱਥੇ ਉਹ ਕਰੋਨਾ ਨਾਲ ਅਫੈਕਟ ਹੋ ਗਿਆ। ਉਸ ਤੋਂ ਬਾਅਦ ਪਿੰਡ ਆ ਗਿਆ, ਉਹਦਾ ਇਲਾਜ ਲੂਜ ਕਰਾਇਆ, ਉਹਦੀ ਡੈਥ ਹੋ ਗਈ। ਅਸੀਂ ਉਹਦੀ ਫਾਈਲ ਬਣਾ ਕੇ ਡੀਸੀ ਨੂੰ ਦੇਣ ਗਏ। ਜਦੋਂ ਅਸੀਂ ਡੀਸੀ ਦੇ ਦਫ਼ਤਰ ਪਹੁੰਚੇ ਤਾਂ ਜਿਹੜਾ ਡੀਸੀ ਦੇ ਅੰਦਰ ਪੀਐਨ ਖੜਾ ਸੀ ਬਾਹਰ 'ਚ, ਉਹ ਸਾਨੂੰ ਕਹਿੰਦਾ ਜੀ ਡੀਸੀ ਸਾਹਿਬ ਦੇ ਅੰਦਰ ਤਾਂ ਜਾਣਾ ਜੇ ਤੁਹਾਡੇ ਵੈਕਸੀਨੇਸ਼ਨ ਹੋਈ ਹੈ, ਜੇ ਤੁਹਾਡੇ ਵੈਕਸੀਨ ਨਹੀਂ ਹੋਈ ਤਾਂ ਜਾ ਕੇ ਉਹ ਸਾਹਮਣੇ ਲਾਉਂਦੇ ਨੇ, ਟੀਕਾ ਲਵਾ ਲਿਓ ਫੇਰ ਅੰਦਰ ਵੜਨ ਦਿਓ। ਮੈਂ ਉਹਨੂੰ ਕਿਹਾ ਵੀ ਤੇਰੀ ਡੀਸੀ ਦੀ ਹੋਈ ਆ ਵੈਕਸੀਨੇਸ਼ਨ? ਕਹਿੰਦਾ ਹਾਂ ਉਹਦੀ ਤਾਂ ਹੋਈ ਆ। ਫਿਰ ਮੈਂ ਸਾਨੂੰ ਤਾਂ ਉਹ ਤੋਂ ਕੋਈ ਖਤਰਾ ਨਹੀਂ, ਉਹਨੂੰ ਸਾਥੋਂ ਕੋਈ ਖਤਰਾ ਨਹੀਂ ਯਾਰ। ਜਿਹਦੀ ਵੈਕਸੀਨ ਹੀ ਹੋਊਗੀ ਉਹ ਸਾਥੋਂ ਕਿਉਂ ਡਰਦਾ? ਅਸੀਂ ਕਰਾਈ ਜਾਂ ਨਾ ਕਰਾਈ। ਉਹ ਕਹਿੰਦਾ ਦੇਖੋ ਜੀ ਇਹ ਬਹਿਸ ਤਾਂ ਤੁਸੀਂ ਕਰ ਸਕਦੇ ਹੋ, ਮੈਂ ਤਾਂ ਇਹ ਮਹਾਂ ਤੂੰ ਡੀਸੀ ਸਾਹਿਬ ਨੂੰ ਕਹਿ ਦੇ ਵੀ ਭਾਈ ਕਿਸਾਨ ਫਰੰਟ ਵਾਲੇ ਆਏ ਨੇ ਵੀ ਉਹ ਤਾਂ ਐਂ ਕਹਿੰਦੇ ਨੇ ਵੀ ਨਾ ਤਾਂ ਅਸੀਂ ਕਰਾਈ ਆ ਨਾ ਅਸੀਂ ਕਰਾਈਏ। ਡੀਸੀ ਸਾਹਿਬ ਦੇ ਕਰਾਈ ਹੋਈ ਆ, ਉਹਨੂੰ ਤਾਂ ਹੋਣਾ ਹੀ ਨਹੀਂ ਕਰੋਨਾ। ਸਾਨੂੰ ਡੀਸੀ ਤੋਂ ਹੋ ਜੋ, ਸਾਨੂੰ ਕੋਈ ਕਰੋਨਾ ਤੋਂ ਡਰ ਨਹੀਂ ਲੱਗਦਾ ਯਾਰ। ਇਸ ਕਰਕੇ ਵੀ ਭਾਈ ਜਾਂ ਤਾਂ ਉਹਨਾਂ ਦੀ ਫਾਈਲ ਪਾਸ ਕਰਕੇ ਦੇ ਦੇ, ਨਹੀਂ ਉਹ ਅੰਦਰ ਵੜਨਗੇ। ਉਹ ਕਹਿੰਦਾ ਜੀ ਲਿਓ ਮੈਨੂੰ ਫਾਈਲ ਫੜਾ ਦਿਓ, ਮੈਂ ਡੀਸੀ ਨਾਲ ਗੱਲ ਕਰ ਲੈਣਾ। ਉਹ ਕਹਿੰਦਾ ਜੀ ਉਹ ਤਾਂ ਅੰਦਰ ਵੜਨਗੇ ਵੱਲੋਂ ਬੱਲੀ, ਮੈਥੋਂ ਨਹੀਂ ਉਹ ਰੁਕਣੇ। ਉਹ ਕਹਿੰਦਾ ਫਿਰ ਉਹ ਕਹਿੰਦੇ ਕੀ ਨੇ? ਉਹ ਕਹਿੰਦੇ ਨੇ ਜੀ ਸਾਡੀ ਤਾਂ ਫਾਈਲ ਪਾਸ ਕਰਦੇ, ਅਸੀਂ ਉਹ ਤੋਂ ਕੀ ਕਰਾਉਣਾ, ਅਸੀਂ ਉਹਦੇ ਦਰਸ਼ਨ ਕਰਨ ਜਾਣੇ, ਸਾਨੂੰ ਉਹਦੇ ਤਾਂ ਹੀ ਹੋਰ ਕੋਈ ਕੰਮ ਨਹੀਂ, ਅਸੀਂ ਤਾਂ ਸਿਰਫ ਫਾਈਲ ਤੇ ਘੁੱਗੀ ਮਰਵਾਉਣੀ ਆ। ਉਹ ਮਾਰਦੇ ਦਸਤਖਤ ਕਰਦੇ, ਸਾਡੀ ਫਾਈਲ ਪਾਸ ਹੋ ਜੂ ਅਸੀਂ ਅੱਗੇ ਤੋਰ ਦਾਂਗੇ। ਉਹ ਕਹਿੰਦਾ ਉਹਨਾਂ ਦਾ ਫਾਹਾ ਵੱਢ ਜਾ ਰਿਹਾ ਤੱਕ, ਉਹਨੇ ਫਾਈਲ ਤੇ ਦਸਤਖਤ ਕਰੇ, ਸਾਡਾ ਫਾਹਾ ਵੱਢਿਆ, ਫਾਈਲ ਸਾਨੂੰ ਫੜਾਈ, ਅਸੀਂ ਦਫ਼ਤਰ ਜਮ੍ਹਾਂ ਕਰਾ। ਮਤਲਬ ਇਹ ਆ ਕਿ ਜੇ ਵੈਕਸੀਨ ਆ ਜਿਹੜੀ ਉਹ ਇੰਨੀ ਤਸੱਲੀ ਬਖਸ਼ ਆ, ਫਿਰ ਇਹਨਾਂ ਨੂੰ ਕਿਉਂ ਡਰ ਲੱਗਦਾ? ਕਿਉਂਕਿ ਅਸਲ ਦੇ ਵਿੱਚ ਚੱਕਰ ਇਹ ਆ ਕਿ ਸਿਰਫ ਰੁਪਈਏ ਬਣਾਉਣ ਦਾ ਸਵਾਲ ਆ। ਜਿਹੜੀ ਵੈਕਸੀਨ 12 ਸਾਲਾਂ 'ਚ ਬਣਦੀ ਆ, ਉਹ ਵੈਕਸੀਨ ਇਹਨਾਂ ਨੇ 12 ਮਹੀਨਿਆਂ ਤੋਂ ਪਹਿਲੇ ਹੀ ਬਣਾ ਦਿੱਤੀ। ਭਾਵੇਂ ਇਹ ਕਹਿ ਰਹੇ ਨੇ ਜੀ ਦੇਖੋ ਹੁਣ ਸਾਇੰਸ ਤਰੱਕੀ ਕਰ ਗਈ ਤਾਂ ਜਲਦੀ ਬਣ ਗਈ, ਬਿਲਕੁਲ ਨਹੀਂ। ਜਿਹੜੇ ਵੈਕਸੀਨ ਤੇ ਕੰਮ ਕਰਨ ਵਾਲੇ ਲੋਕ ਨੇ ਉਹ ਕਹਿੰਦੇ ਨੇ ਬਿਲਕੁਲ ਹੀ ਗਲਤ ਤਰੀਕੇ ਨਾਲ ਬਣਾਈ ਗਈ ਹੈ, ਜਿਹਦੇ ਕਰਕੇ ਦੁਨੀਆ ਦੀ ਕਿਸੇ ਵੀ ਵੈਕਸੀਨ ਨੂੰ ਤਸੱਲੀ ਬਖਸ਼ ਵੈਕਸੀਨ ਨਹੀਂ ਮੰਨਿਆ ਜਾਂਦਾ। ਇਸ ਕਰਕੇ ਜਿਹੜੀ ਅਸਲ ਵੈਕਸੀਨ ਆ ਉਹ ਕੀ ਆ? ਉਹ ਹੈ ਕਿ ਜੇ ਸਾਨੂੰ ਸ਼ੁੱਧ ਹਵਾ ਮਿਲੂ, ਜੇ ਸਾਨੂੰ ਸ਼ੁੱਧ ਪਾਣੀ ਮਿਲੂ, ਜੇ ਸਾਨੂੰ ਸ਼ੁੱਧ ਭੋਜਨ ਮਿਲੂ, ਜੇ ਸਾਡੇ ਸ਼ੁੱਧ ਵਿਚਾਰ ਹੋਣਗੇ, ਅਗਰ ਇਹ 4 ਚੀਜ਼ਾਂ ਸਾਨੂੰ ਸ਼ੁੱਧ ਮਿਲ ਜਾਂਦੀਆਂ ਨੇ ਤਾਂ ਸਾਨੂੰ ਕਿਸੇ ਵੈਕਸੀਨੇਸ਼ਨ ਦੀ ਜ਼ਰੂਰਤ ਨਹੀਂ। ਸਾਡਾ ਸਰੀਰ ਦੀ ਜਿਹੜੀ ਪ੍ਰਤੀਰੋਧਕ क्षमता हैगी आ, ਬਿਮਾਰੀਆਂ ਨਾਲ ਲੜਨ ਦੀ ਜਿਹੜੀ ਕੁਦਰਤ ਨੇ ਸਾਨੂੰ ਤਾਕਤ ਬਖਸ਼ੀ ਹੋਈ ਆ, ਸਾਡੀ ਉਹ ਤਾਕਤ ਆਪਣੇ ਆਪ ਮਜ਼ਬੂਤ ਹੋਊਗੀ, ਉਹ ਬਿਮਾਰੀਆਂ ਦਾ ਟੱਕਰਾ ਕਰੂਗੀ। ਨਹੀਂ ਤਾਂ ਫਿਰ ਯੂਰਪ ਵਾਲੇ ਹੁਣੇ ਕਿਉਂ ਕਹਿ ਰਹੇ ਨੇ ਵੀ 5 ਲੱਖ ਮਰਨਗੇ ਯੂਰਪ ਵਾਲੇ, ਕਿਉਂ ਕਹਿੰਦੇ ਨੇ ਇਹ? ਔਰ 5 ਲੱਖ ਦੇ ਲਗਭਗ ਬੰਦਾ ਅਮਰੀਕਾ ਦਾ ਮਰ ਗਿਆ। ਔਰ ਜਿਨ੍ਹਾਂ ਦੀਆਂ ਆਪਾਂ ਗੱਲਾਂ ਇਹ ਸੁਣਦੇ ਆ ਵੀ ਉੱਥੇ ਤਾਂ ਜੀ ਬੜਾ ਵਧੀਆ ਹੈਲਥ ਦਾ ਸਿਸਟਮ ਆ, ਉੱਥੇ ਇਹ ਜਿਹੇ ਹਸਪਤਾਲ ਨੇ, ਉੱਥੇ ਤਾਂ ਡਾਕਟਰ ਮਰੇ ਪਏ ਬੰਦੇ 'ਚ ਵੀ ਜਾਨ ਪਾ ਦਿੰਦੇ ਨੇ, ਫਿਰ ਉਹਨਾਂ ਤੋਂ ਆਪਦੇ ਵਾਲੇ ਤਾਂ ਬਚੇ ਨੇ। ਅਮਰੀਕਾ ਵਾਲਿਆਂ ਨੇ 5 ਲੱਖ ਬੰਦਾ ਕਿਉਂ ਮਰਵਾ ਦਿਆ? ਇਸ ਕਰਕੇ ਅੱਜ ਜ਼ਰੂਰਤ ਇਸ ਗੱਲ ਦੀ ਆ ਕਿ ਅਸੀਂ ਅਗਰ ਖੇਤੀ ਕਿਸਾਨੀ ਨੂੰ ਬਚਾਉਣਾ, ਖੇਤੀ ਕਿਸਾਨੀ ਨੂੰ ਇਸ ਸੰਕਟ ਦੇ ਵਿੱਚੋਂ ਕੱਢਣਾ, ਜਿੱਥੇ ਸਾਡੀ ਜਦੋਜਹਿਦ ਚੱਲ ਰਹੀ ਆ ਬਾਰਡਰਾਂ ਦੇ ਉੱਪਰ ਜਾਂ ਸਾਡੇ ਮਤਲਬ ਦੇਸ਼ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ, ਕਿ ਅਸੀਂ ਉਹ 3 ਕਾਨੂੰਨ ਖਤਮ ਕਰਾਉਣੇ ਨੇ
ਅਸੀਂ MSP ਦੀ ਗਰੰਟੀ ਦਾ ਕਾਨੂੰਨ ਲੈਣਾ, ਉੱਥੇ ਨਾਲ ਦੀ ਨਾਲ ਅਸੀਂ ਇਸ ਗੱਲ ਦੇ ਧਾਰਨੀ ਆ ਕਿ ਜਿੰਨਾ ਚਿਰ ਖੇਤੀ ਦਾ ਇਹ ਡਿਜ਼ਾਈਨ ਨਹੀਂ ਬਦਲਾਂਗੇ, ਖੇਤੀ ਨੂੰ ਕੁਦਰਤ ਪੱਖੀ ਤੇ ਮਾਨਵ ਪੱਖੀ ਨਹੀਂ ਬਣਾਵਾਂਗੇ, ਉਹਨਾਂ ਚਿਰ ਖੇਤੀ ਕਿਸਾਨੀ ਦਾ ਸੰਕਟ ਠੀਕ ਨਹੀਂ ਹੋ ਸਕਣਾ। ਉਹਨਾਂ ਚਿਰ ਸਾਡੀ ਜਿਹੜੀਆਂ ਸਿਹਤ ਦੀਆਂ ਸਮੱਸਿਆਵਾਂ ਨੇ, ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਸਾਨੂੰ ਘੇਰ ਰਹੀਆਂ ਨੇ, ਉਹ ਸਮੱਸਿਆਵਾਂ ਸਾਡੀਆਂ ਬੰਦ ਨਹੀਂ ਹੋਣੀਆਂ, ਉਹ ਸਮੱਸਿਆਵਾਂ ਸਾਡੀਆਂ ਖਤਮ ਨਹੀਂ ਹੋਣੀਆਂ। ਉਹ ਸਮੱਸਿਆਵਾਂ ਖਤਮ ਕਰਨ ਦੇ ਲਈ ਜ਼ਰੂਰੀ ਆ ਕਿ ਅਗਰ ਅਸੀਂ ਖੇਤੀ ਨੂੰ ਕੁਦਰਤੀ ਮੋੜ ਤੇ ਲੈ ਕੇ ਜਾਈਏ, ਖੇਤੀ ਨੂੰ ਅਸੀਂ ਕੁਦਰਤੀ ਤਰੀਕੇ ਦੇ ਨਾਲ ਕਰੀਏ। ਔਰ ਦੁਨੀਆ ਦੇ ਵਿੱਚ ਬਹੁਤ ਸਾਰੇ ਕੁਦਰਤੀ ਤਰੀਕੇ ਨੇ ਜਿਹੜੇ ਉਹ ਵਿਕਸਿਤ ਹੋ ਚੁੱਕੇ ਨੇ, ਜਿਹਦੇ ਚੋਂ ਜਿਹੜਾ ਇਹ ਕਹਿੰਦੇ ਨੇ ਵੀ ਬਗੈਰ ਇਹ ਸਪਰੇਅ ਤੋਂ ਤਾਂ ਖੇਤੀ ਹੋਣੀ ਨਹੀਂ। ਦੁਨੀਆ 'ਚ ਬਹੁਤ ਸਾਰੇ ਐਸੇ ਮਾਡਲ ਆ ਗਏ ਨੇ। ਆਪਣੇ ਗੁਆਂਢ ਦੇ ਵਿੱਚ ਹੀ ਦੇਖੋ 2 ਮਾਡਲ ਉਹਨਾਂ ਨੇ ਵਿਕਸਿਤ ਕਰ ਲਏ। ਇੱਕ ਸ਼੍ਰੀਲੰਕਾ ਦੀ ਗਵਰਨਮੈਂਟ ਨੇ ਤਾਂ ਇਹ ਫੈਸਲਾ ਹੀ ਕਰਤਾ ਕਿ ਅਸੀਂ ਰੇ ਸਪਰੇਅ ਕਰਨੀ ਨਹੀਂ ਦੇਣੀ, ਸਾਡੀ ਮਾਰਕੀਟ 'ਚ ਵਿਕਣੀ ਨਹੀਂ ਦੇਣੀ। ਔਰ ਪਾਕਿਸਤਾਨ ਦੇ ਵਿੱਚ ਇੱਕ ਉਹਨਾਂ ਨੇ ਐਸਾ ਜਿਹੜਾ ਤਰੀਕਾ ਉਹ ਡਿਵੈਲਪ ਕੀਤਾ, ਕੁਛ ਉੱਥੋਂ ਦੇ ਸਾਇੰਟਿਸਟਾਂ ਨੇ, ਸਰਕਾਰ ਨੇ ਨਹੀਂ, ਕੁਛ ਲੋਕਾਂ ਨੇ, ਕਿਸਾਨਾਂ ਨੇ, ਕੁਛ ਸਾਇੰਟਿਸਟਾਂ ਨੇ ਮਿਲ ਕੇ, ਕਿ ਉਹ ਬੜੇ ਹੀ ਕਾਮਯਾਬ ਹੋ ਰਿਹਾ। ਲੱਖਾਂ ਲੋਕ ਉਸ ਤਰੀਕੇ ਦੇ ਨਾਲ ਜੁੜ ਰਹੇ ਨੇ। ਇਸ ਕਰਕੇ ਸਾਨੂੰ ਖੇਤੀ ਕਿਸਾਨੀ ਦੇ ਸੰਕਟ ਨੂੰ ਹੱਲ ਕਰਾਉਣ ਦੇ ਲਈ ਮੈਂ ਨਹੀਂ ਕਹਿੰਦਾ ਕਿ ਲੋਕ ਆਪਣੇ ਤਰੀਕੇ ਦੇ ਨਾਲ ਹੀ ਇਹ ਸਾਰੀ ਖੇਤੀ ਨੂੰ ਦੁਬਾਰਾ ਸ਼ੁੱਧ ਕਰ ਲੈਣਗੇ। ਜਿਨ੍ਹਾਂ ਨੇ ਇਸ ਖੇਤੀ ਨੂੰ ਅਸ਼ੁੱਧ ਕਰਵਾਇਆ, ਜਿਨ੍ਹਾਂ ਨੇ ਇਹਨਾਂ ਤੋਂ ਸਾਡੀ ਇਸ ਖੇਤੀ 'ਚੋਂ ਅਰਬਾਂ ਖਰਬਾਂ ਰੁਪਈਆ ਕਮਾਇਆ, ਉਹਨਾਂ ਨੂੰ ਸਾਨੂੰ ਕਹਿਣਾ ਚਾਹੀਦਾ ਕਿ ਸਰਕਾਰ ਸਾਨੂੰ 50% ਬਜਟ ਦੇਵੇ ਤਾਂ ਕਿ ਅਸੀਂ ਖੇਤੀ ਨੂੰ ਕੁਦਰਤੀ ਤਰੀਕੇ ਦੇ ਨਾਲ ਕਰਨ ਦੇ ਵਿੱਚ ਕਾਮਯਾਬ ਹੋ ਜਾਈਏ। ਕਿਉਂਕਿ ਜਦੋਂ ਅਸੀਂ ਇੱਕ ਟਰੈਕ ਤੋਂ ਦੂਸਰੇ ਟਰੈਕ ਤੇ ਜਾਂਦੇ ਆ, ਜਦੋਂ ਅਸੀਂ ਇੱਕ ਰਸਤੇ ਤੋਂ ਦੂਸਰਾ ਨਵਾਂ ਰਸਤਾ ਪਾਉਂਦੇ ਆ, ਤਾਂ ਕੁਝ ਸਮੱਸਿਆਵਾਂ ਆਉਂਦੀਆਂ ਨੇ। ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਿੰਨਾ ਵੀ ਗਿਆਨ ਆ, ਵਿਗਿਆਨ ਆ ਸਾਡਾ, ਜਿਹੜੀ ਇਹਦੀ ਦੁਰਵਰਤੋਂ ਹੋ ਰਹੀ ਆ, ਉਹਦੀ ਸਦਵਰਤੋਂ ਕਰਕੇ ਅਸੀਂ ਉਹ ਗਿਆਨ ਵਿਗਿਆਨ ਦੇ ਨਾਲ ਆਪਣੀ ਜਿਹੜੀ ਖੇਤੀ ਆ ਉਹਨੂੰ ਕੁਦਰਤ ਪੱਖੀ ਔਰ ਇਨਸਾਨ ਪੱਖੀ ਬਣਾ ਸਕਦੇ ਹਾਂ। ਇਸ ਕਰਕੇ ਅੱਜ ਜਦੋਂ ਅਸੀਂ ਕਾਮਰੇਡ ਜੀਤ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੇ ਇਹ ਗੱਲ 1990 ਦੇ ਵਿੱਚ ਹੀ ਕਹਿਣੀ ਸ਼ੁਰੂ ਕੀਤੀ ਸੀ ਕਿ ਖੇਤੀ ਦਾ ਸੰਕਟ ਆ ਜਿਹੜਾ ਉਹ ਇਸ ਸਿਸਟਮ ਦੇ ਵਿੱਚ ਨਹੀਂ ਹੱਲ ਹੋ ਸਕਦਾ। ਮੰਨ ਲਓ ਆਪਾਂ ਇੱਕ ਗੱਲ ਮੰਨ ਵੀ ਲਈਏ ਕਿ 3 ਕਾਨੂੰਨ ਬੰਦ ਵੀ ਹੋ ਜਾਣ, MSP ਦਾ ਕਾਨੂੰਨ ਬਣ ਵੀ ਜਾਵੇ, ਫਿਰ ਵੀ ਸਾਡੀ ਖੇਤੀ ਕਿਸਾਨੀ ਦਾ ਸੰਕਟ ਹੱਲ ਨਹੀਂ ਹੋਣਾ। ਕਿਉਂਕਿ ਖੇਤੀ ਕਿਸਾਨੀ ਦਾ ਸੰਕਟ ਇਸ ਡਿਜ਼ਾਈਨ ਦੇ ਵਿੱਚ ਪਿਆ। ਜਿਹੜਾ ਖੇਤੀ ਦਾ ਮੌਜੂਦਾ ਮਾਡਲ ਆ, ਇਸ ਮਾਡਲ ਦੇ ਵਿੱਚ ਪਿਆ ਸਾਡਾ ਸੰਕਟ। ਉਹ ਸੰਕਟ ਸਾਡਾ ਇਸ ਮਾਡਲ ਦੇ ਵਿੱਚ ਇਸ ਰੂਪ ਦੇ ਵਿੱਚ ਪਿਆ ਕਿ ਇਹ ਮਤਲਬ ਮਾਡਲ ਆ ਜਿਹੜਾ ਇਹ ਇੰਡਸਟਰੀ ਨੂੰ ਸਾਰੀ ਚੀਜ਼ ਦਿੰਦਾ। ਹੁਣ ਇਹ ਤਾਂ ਨਵੇਂ ਤੋਂ ਨਵੇਂ ਸਰਕਾਰ ਕਾਨੂੰਨ ਬਣਾ ਰਹੀ ਆ। ਹੁਣ ਇੱਕ ਕਾਨੂੰਨ ਬਣਾਤਾ ਇਹਨਾਂ ਨੇ ਕਿ ਕੋਈ ਵੀ ਕਾਰ ਆ ਜਿਹੜੀ ਤੁਸੀਂ 10 ਸਾਲ ਤੋਂ ਵੱਧ ਰੋਡ ਤੇ ਨਹੀਂ ਚਲਾ ਸਕਦੇ। ਔਰ ਟਰੈਕਟਰ ਬਾਰੇ ਵੀ ਕਹਿਤਾ ਇਹਨਾਂ ਨੇ ਕਿ ਕੋਈ ਵੀ ਟਰੈਕਟਰ ਆ ਜਿਹੜਾ ਉਹ 10 ਸਾਲ ਤੋਂ ਵੱਧ ਤੁਸੀਂ ਰੋਡ ਤੇ ਨਹੀਂ ਲਿਜਾ ਸਕਦੇ। ਹੁਣ ਤੁਸੀਂ ਇਹ ਲਾਓ ਵੀ 10 ਸਾਲਾਂ ਬਾਅਦ ਟਰੈਕਟਰ ਬਦਲ ਲਓ, 10 ਸਾਲਾਂ ਬਾਅਦ ਕਾਰ ਬਦਲ ਲਓ। ਇਹਦਾ ਮਤਲਬ ਕੀ ਆ? ਕਿਉਂਕਿ ਉਹਨਾਂ ਨੇ ਨਵੇਂ ਟਰੈਕਟਰ ਬਣਾਉਣੇ ਨੇ, ਨਵੀਆਂ ਕਾਰਾਂ ਬਣਾਉਣੀਆਂ ਨੇ। ਉਹਨਾਂ ਨੇ ਆਪਦਾ ਮਾਲ ਵੇਚਣਾ ਕਿਸ ਦੇ ਨਾਂ ਥੱਲੇ ਕਿ ਯਾਰ ਇਹ ਵਾਤਾਵਰਣ ਲਈ ਠੀਕ ਆ। ਜਿਹੜਾ ਗਲਾਸਕੋ ਦੇ ਵਿੱਚ ਸੰਮੇਲਨ ਚੱਲ ਰਿਹਾ, ਉਹਦੇ 'ਚ ਇੱਕ ਚੀਜ਼ ਇਹ ਆ ਕਿ ਉੱਥੋਂ ਦੀਆਂ 2 ਬੜੀਆਂ ਸੰਸਥਾਵਾਂ ਨੇ, ਉਹਨਾਂ ਨੇ ਦੱਸਿਆ ਇੱਕ ਗੱਲ। ਉਹ ਕਹਿੰਦੇ ਵੀ ਜਿਹੜੀ ਸਾਡੀ ਧਰਤੀ ਦਾ ਤਾਪਮਾਨ ਵੱਧ ਰਿਹਾ, ਉਹ ਇਸ ਕਰਕੇ ਵੱਧ ਰਿਹਾ ਕਿ ਅਸੀਂ ਕਾਰਬਨ ਜ਼ਿਆਦਾ ਵਾਯੂਮੰਡਲ ਦੇ ਵਿੱਚ ਛੱਡ ਰਹੇ ਹਾਂ। ਕਾਰਬਨ ਡਾਈਆਕਸਾਈਡ ਗੈਸ ਅਸੀਂ ਜ਼ਿਆਦਾ ਵਾਯੂਮੰਡਲ ਦੇ ਵਿੱਚ ਛੱਡਦੇ ਹਾਂ। ਇਹ ਗੈਸ ਨਿਕਲਦੀ ਹੈ ਕੋਲੇ ਚੋਂ, ਡੀਜ਼ਲ ਤੋਂ, ਪੈਟਰੋਲ ਚੋਂ, ਜਹਾਜ਼ਾਂ ਵਾਲੇ ਤੇਲ ਚੋਂ। ਇਹ ਸਾਰੀ ਗੈਸ ਉਹਦੇ ਚੋਂ ਨਿਕਲਦੀ ਹੈ। ਔਰ ਉਹ ਕਹਿੰਦੇ ਵੀ ਜੇ ਅਸੀਂ 1.5 ਡਿਗਰੀ ਤੇ ਟੈਂਪਰੇਚਰ ਰੱਖਣਾ ਚਾਹੁੰਦੇ ਆ, ਜਿਹੜਾ ਇਹਨਾਂ ਨੇ ਪੈਰਿਸ ਦੇ ਵਿੱਚ ਇੱਕ ਸਹਿਮਤੀ ਕੀਤੀ ਸੀ 2015 ਦੇ ਵਿੱਚ, ਉਹ ਕਹਿੰਦੇ ਵੀ ਸਾਡਾ 2030 ਤੱਕ ਜਿਹੜਾ ਸਾਡਾ ਕਾਰਬਨ ਉਤਸਰਜਨ ਆ ਉਹ 2.3 ਟਨ ਸਾਲਾਨਾ ਹੋਣਾ ਚਾਹੀਦਾ। ਵੀ ਇੱਕ ਬੰਦਾ 2.3 ਟਨ ਕਾਰਬਨ ਆ ਜਿਹੜਾ
ਉਹ ਛੱਡੇ 1 ਸਾਲ ਦੇ ਵਿੱਚ। ਉਹ ਛੱਡਣਾ ਜ਼ਰੂਰੀ ਵੀ ਆ, ਕਿਉਂਕਿ ਜੇ ਅਸੀਂ ਕਾਰਬਨ ਪੈਦਾ ਕਰਨੀ ਹਟ ਗਏ ਤਾਂ ਸਾਰੀ ਗਰੀਨਰੀ ਆ ਜਿਹੜੀ ਇਹ ਸੁੱਕ ਜੂਗੀ, ਕਿਉਂਕਿ ਕਾਰਬਨ ਡਾਈਆਕਸਾਈਡ ਸਾਡੀ ਜਿੰਨੀ ਵੀ ਬਨਸਪਤੀ ਆ ਉਹਦੀ ਖੁਰਾਕ ਆ। ਪਰ ਉਹਨਾਂ ਨੇ ਇੱਕ ਗੱਲ ਕਮਾਲ ਦੀ ਦੱਸੀ ਵੀ ਦੁਨੀਆ ਦੇ 1% ਲੋਕ ਨੇ ਜਿਹੜੇ ਦੁਨੀਆ ਦੇ 1% ਅਮੀਰ 56 ਟਨ ਪ੍ਰਤੀ ਵਿਅਕਤੀ ਪੈਦਾ ਕਰਦੇ ਸੀ 1990 ਚ। ਅੱਜ 2030 ਤੱਕ ਉਹ 70 ਟਨ ਪ੍ਰਤੀ ਵਿਅਕਤੀ ਸਾਲਾਨਾ ਪੈਦਾ ਕਰਨਗੇ। ਕਿੰਨੀ ਪੈਦਾ ਕਰਨਗੇ? 70 ਟਨ। ਕੌਣ? 1%। ਔਰ ਜਿਹੜੇ ਦੁਨੀਆ ਦੇ 10% ਉੱਪਰਲੇ ਅਮੀਰ ਨੇ ਇਹ 21 ਟਨ ਪੈਦਾ ਕਰਨਗੇ ਸਾਲਾਨਾ 2030 ਤੱਕ। ਕਿੰਨੇ? 10%। ਜਿਹੜਾ ਮੱਧ ਵਰਗ ਆ ਗਿਆ 40%, ਉਹ 4.4 ਟਨ 90 ਚ ਪੈਦਾ ਕਰਦਾ ਸੀ, 4.8 ਟਨ ਸਾਲਾਨਾ ਉਹ 2030 ਚ ਪੈਦਾ ਕਰੂਗਾ। ਜਿਹੜੀ ਹੇਠਲੀ ਆਪਣੇ ਵਰਗੀ ਗਰੀਬ ਆਬਾਦੀ ਆ 50%, ਉਹ 0.8 ਟਨ 90 ਚ ਪੈਦਾ ਕਰਦੀ ਸੀ ਔਰ 0.81 ਟਨ ਉਹ 2030 ਚ ਪੈਦਾ ਕਰੂਗੀ। ਹੁਣ ਤੁਸੀਂ ਇਹਨਾਂ ਅੰਕੜਿਆਂ ਦੇ ਹਿਸਾਬ ਨਾਲ ਕੱਢ ਲਓ ਕਿ ਜਿਹੜਾ ਗਰੀਬ ਬੰਦਾ ਉਹ ਤਾਂ 1 ਟਨ ਵੀ ਨਹੀਂ ਪੈਦਾ ਕਰਦਾ, ਜਿਹੜਾ ਸਭ ਤੋਂ ਅਮੀਰ ਆ ਉਹ 70 ਟਨ ਪੈਦਾ ਕਰਦਾ, ਜਿਹੜੇ 10 ਅਮੀਰ ਨੇ ਉਹ 21 ਟਨ ਪੈਦਾ ਕਰਦੇ ਨੇ, ਮੱਧ ਵਰਗ ਵਾਲੇ 4.5 ਟਨ ਪੈਦਾ ਕਰਦੇ ਨੇ। ਇਸ ਕਰਕੇ ਨੁਕਸ ਕਿੱਥੇ ਆ? ਆਮ ਆਦਮੀ ਚ। ਜਿਹੜੇ ਕਹਿੰਦੇ ਨੇ ਜੀ ਇਹ ਤਾਂ ਆਮ ਆਦਮੀ ਨੇ ਵਿਗਾੜਤਾ ਜੀ ਸਾਰਾ ਕੁਝ। ਆਮ ਆਦਮੀ ਤਾਂ ਵਿਚਾਰਾ ਕੁਝ ਵੀ ਨਹੀਂ ਕਰ ਰਿਹਾ, ਪਰ ਭੂਤ ਤੋਂ ਸਭ ਤੋਂ ਜ਼ਿਆਦਾ ਰਿਹਾ। 2030 ਤੱਕ ਸਾਡਾ ਜਲਵਾਯੂ ਪਰਿਵਰਤਨ ਐਸਾ ਹੋ ਜਾਊਗਾ, ਤੁਸੀਂ ਬਹੁਤ ਸਾਰੇ ਲੋਕ ਐਸੇ ਹੋ ਜਿਹੜੇ ਦੇਖੋਗੇ ਖੁਦ। ਅੱਜ ਮੇਰੀ ਉਹ ਗੱਲ ਤੁਸੀਂ ਨੋਟ ਕਰਿਓ ਕਿ ਸਾਡੀ ਖੇਤੀ ਬਿਲਕੁਲ ਹੀ ਤਬਾਹੀ ਦੇ ਕਿਨਾਰੇ ਪਹੁੰਚ ਜਾਣੀ ਹੈ। ਟਾਈਮ ਤੇ ਮੀਂਹ ਨਹੀਂ ਪੈਣਾ, ਜਦੋਂ ਫਸਲ ਪੱਕ ਗਈ ਉਦੋਂ ਮੀਂਹ ਆ ਜਾ ਕਰੂ। ਔਰ ਪਤਾ ਨਹੀਂ ਤਾਂ ਇਹ ਵੀ ਕਿੰਨਾ ਮੀਂਹ ਪੈ ਜੇ, ਹੜ੍ਹਾਂ ਨਾਲ ਵੀ ਫਸਲ ਮਰਿਆ ਕਰੂਗੀ, ਸੋਕੇ ਨਾਲ ਵੀ ਫਸਲ ਮਰਿਆ ਕਰੂਗੀ। ਔਰ ਪਹਾੜ ਬੜੇ ਬੜੇ ਖਿਸਕਿਆ ਕਰਨਗੇ, ਕਿਉਂਕਿ ਜੰਗਲ ਤਾਂ ਉਹਦੇ ਤੋਂ ਨਿਕਲ ਗਿਆ। ਆਪਾਂ ਦੇਖਦੇ ਹਾਂ ਨਾ ਵੀ ਹਿਮਾਚਲ ਦੇ ਵਿੱਚ, ਉੱਤਰਾਂਚਲ ਦੇ ਵਿੱਚ ਪਹਾੜ ਖਿਸਕ ਗਿਆ ਔਰ ਕਿੰਨੇ ਲੋਕ ਮਰ ਗਏ। ਕਿਉਂ ਖਿਸਕ ਰਹੇ ਨੇ ਪਹਾੜ? ਕਿਉਂਕਿ ਪਹਾੜ ਜਿਹੜੀ ਚੀਜ਼ ਨਾਲ ਗੁੰਦਿਆ ਹੋਇਆ, ਕੁਦਰਤ ਨੇ ਜਿਹੜੀ ਚੀਜ਼ ਦੀਆਂ ਮਿੱਡੀਆਂ ਉਹਦੇ ਤੇ ਬੰਨੀਆਂ ਹੋਈਆਂ ਨੇ, ਉਹ ਕੀ ਆ? ਉਹ ਤਾਂ ਬਨਸਪਤੀ ਆ, ਉਹ ਤਾਂ ਦਰਖਤ ਆ, ਉਹ ਤਾਂ ਅਸੀਂ ਤੋੜਤੇ, ਉਹਦਾ ਸਿਰ ਤਾਂ ਨੰਗਾ ਕਰਤਾ ਔਰ ਉਹ ਤੋਂ ਬਾਅਦ ਉਹਨੂੰ ਖਿਸਕਣੇ ਸ਼ੁਰੂ ਹੋ ਗਏ ਥੱਲੇ ਨੂੰ। ਉਹ ਸੜਕ ਤੱਕ ਆ ਜਾਂਦੇ ਨੇ। ਬਸ ਤੁਸੀਂ ਰੋਡ ਤੇ ਜਾ ਰਹੇ ਹੋ, ਤੁਹਾਨੂੰ ਕੋਈ ਪਤਾ ਨਹੀਂ, ਉੱਪਰੋਂ ਪਹਾੜੀ ਖਿਸਕ ਜਾਣੀ, ਉਹਦੀ ਪਤਾ ਲੱਗਣਾ ਵੀ ਜਦੋਂ ਤੁਹਾਡੇ ਵਹੀਕਲ ਦੇ ਸਾਹਮਣੇ ਵੱਡੇ ਵੱਡੇ ਪੱਥਰ ਆ ਗਏ ਤੇ ਐਕਸੀਡੈਂਟ ਹੋ ਗਿਆ ਤੇ ਉਹਦੇ 'ਚ ਕਿੰਨਾ ਨੁਕਸਾਨ ਹੋ ਗਿਆ, ਕਿੰਨਾ ਨਹੀਂ ਹੋ ਗਿਆ। ਮਨ ਬਾਅਦ 'ਚ ਕਰ ਲਿਓ ਇਹ ਕੰਮ, ਨਹੀਂ ਤੁਸੀਂ ਤਾਂ ਹੁਣੀ ਸ਼ੁਰੂ ਕਰ ਲਿਆ ਨਾ ਫਿਰ। ਇਸ ਕਰਕੇ ਜੇ ਅਸੀਂ ਇਸ ਸਿਸਟਮ ਨੂੰ ਬਦਲਣਾ ਤਾਂ ਸਾਨੂੰ ਆਪਣੀ ਸੋਚ ਬਦਲਣੀ ਪਊਗੀ, ਸਾਨੂੰ ਆਪਣਾ ਠੀਕ ਤੇ ਗਲਤ ਦਾ ਤਰੀਕਾ ਬਦਲਣਾ ਪਊਗਾ ਕਿ ਜਿਹੜੀ ਚੀਜ਼ ਕੁਦਰਤ ਦੇ ਪੱਖ ਦੇ ਵਿੱਚ ਆ ਉਹ ਠੀਕ ਆ, ਜਿਹੜੀ ਚੀਜ਼ ਮਾਨਵਤਾ ਦੇ ਪੱਖ ਦੇ ਵਿੱਚ ਜਾਂਦੀ ਆ ਉਹ ਠੀਕ, ਜਿਹੜੀ ਚੀਜ਼ ਕੁਦਰਤ ਦੇ ਵਿਰੋਧ 'ਚ ਜਾਂਦੀ ਆ ਔਰ ਮਾਨਵਤਾ ਦੇ ਵਿਰੋਧ ਦੇ ਵਿੱਚ ਜਾਂਦੀ ਆ, ਉਹ ਭਾਵੇਂ ਕਿੰਨਾ ਵੀ ਪ੍ਰੋਫਿਟ ਕਿਉਂ ਨਾ ਦੇਵੇ, ਉਹ ਚੀਜ਼ ਗਲਤ ਆ, ਸਾਨੂੰ ਉਹਦਾ ਵਿਰੋਧ ਕਰਨਾ ਪਊਗਾ। ਤਾਂ ਅਸੀਂ ਇਸ ਸ੍ਰਿਸ਼ਟੀ ਦੇ ਉੱਪਰ, ਇਸ ਧਰਤੀ ਦੇ ਉੱਪਰ ਸਾਡੀ ਬਾਇਓ ਲਾਈਫ ਆ ਜਿਹੜੀ, ਸਾਡਾ ਜੈਵ ਜੀਵਨ ਆ ਜਿਹੜਾ ਪੂਰਾ ਜੈਵ ਚੱਕਰ ਆ, ਇਹਨੂੰ ਬਚਾ ਸਕਦੇ ਹਾਂ। ਇਸ ਕਰਕੇ ਇਹ ਚੀਜ਼ਾਂ ਦਾ ਜਿਹੜਾ ਨੀਂਹ ਰੱਖੀ ਆ ਉਹ ਯਿਸੂ ਹੋਰਾਂ ਨੇ ਰੱਖੀ। ਔਰ ਜਦੋਂ ਬਿਲਡਿੰਗ ਬਣ ਜਾਂਦੀ ਹੈ, ਉੱਪਰਲੀ ਬਿਲਡਿੰਗ ਤਾਂ ਸਭ ਨੂੰ ਦਿਖਦੀ ਆ, ਨਿਉ ਨਹੀਂ ਕਿਸੇ ਨੂੰ ਦਿਖਦੀ ਹੁੰਦੀ। ਨਿਉ ਤਾਂ ਜਿਹਨੇ ਰੱਖੀ ਆ ਜਾਂ ਜਿਹੜੇ ਉਹਨੂੰ ਨੇੜਿਓਂ ਸਮਝਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਜਿਹੜੇ ਇਹਦੇ 'ਚ ਨਿਉ 'ਚ ਰੂੜੇ ਡਿੱਗੇ ਹੋਏ ਨੇ ਉਹ ਕਿਹੜੇ ਨੇ। ਇਸੇ ਕਰਕੇ ਫਿਰ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ। ਅੱਜ ਤਾਂ ਤੁਸੀਂ ਕਹਿ ਦਿਓ ਵੀ ਜੇ ਸਾਰਾ ਗੁਰਦੁਆਰਾ ਸੋਨੇ ਦਾ ਬਣਾਉਣਾ ਤਾਂ ਵੀ ਲੋਕ ਪੈਸੇ ਧੜਾ ਧੜ ਦੇ ਦੇਣਗੇ। ਉਦੋਂ ਬਾਬੇ ਨਾਨਕ ਨੂੰ ਕੋਈ ਵਿਚਾਰਾ ਰੋਟੀ ਖਵਾਉਣ ਲਈ ਤਿਆਰ ਨਹੀਂ ਸੀ ਹੁੰਦਾ, ਔਰ ਡਲੇ ਵੀ ਮਾਰਦੇ ਸੀ। ਕਿਉਂ ਮਾਰਦੇ ਸੀ ਡਲੇ?
क्योंकि वो न्यों रख रहे सी किसी चीज़ की, वो सिखिज्म की न्यों रखते सी उस समय। उन्हां दी कुरबानी करके ये काम हो रहा, जिन्ना जिहड़ा अज खड़ा, जिन्ना भी सिख पंथ अज खड़ा ये उस कुरबानी करके ही खड़ा। इस करके आने वाले समय दे विच भी जिहड़ा साडा समाज सुधरन दे आले पासे जाऊगा, जे असीं कुदरती खेती वाले पासे जाने आ और उन्होंने कोऑपरेटिव तरीके वाले पासे लैके आने आ और कोऑपरेटिव के नवे लाभ बनाने आ और उहदे च सब तो बड़ा जिहड़ा नियम आ वो ये लागू करते हैं कि कुदरती जिहड़ा कोऑपरेटिव आ उहदे च जिहड़ी मतलब फैसला करन दी ताकत आ वो आम नागरिक नूं होऊगी, आम आदमी नूं होऊगी, पिंड दे आम मैंबर नूं होऊगी। जिहड़ा भी कोऑपरेटिव का मैंबर आ वो तय करूगा भी की करना की नहीं करना। ऐसी किस कोऑपरेटिव और फिर असी जिहड़ा वो अनाज आ वो सस्ते रूप दे विच देवांगे। एक जिहड़े पाकिस्तान के डॉक्टर ने आशिफ शरीफ जिहड़े ने एक कुदरती मॉडल तैयार किया, उन्होंने जो पूछा गया कि कुदरती चीज़ तो असी तैयार कर लांगे, असी इहदी मार्केट का की करांगे, सानू कुदरती उत्पाद बेचण लई मार्केट नहीं मिलती। वो कहना भी मार्केट की चिंता ना करो। उन्होंने पूछा क्यों ना करिए, वो कहना भी साडी पाकिस्तान की जिहड़ी सरकार आ वो कह रही आ भी साडा कणक ते, वो गंदम बोलते हैं कणक नूं, भी गंदम पैदा करन ते एक मन, क्योंकि हजे उत्थे मन चलते हैं क्विंटल नहीं चलते, भी एक मन कणक पैदा करन ते पाकिस्तान की सरकार कहती है साडा 1500 रुपया पाकिस्तान की करंसी के मुताबिक भी 1500 रुपया साडा खर्च आउंदा। वो कहना भी जे तुसी मेरे मॉडल ते काम करोगे तो वो कणक ते थोड़ा 150 रुपया खर्च आऊगा और 150 रुपये नाल पैदा की कणक और 1500 रुपया खर्चा करके पैदा की कणक, वो कहना भी फिर मार्केट नहीं मिलूगी। यानी फिर जाके एक आम आदमी, एक गरीब आदमी है जिहड़ा उन्होंने कुदरती पौष्टिक भोजन मुहैया होऊगा। जे असी कहिए कि असी कणक 5000 नूं बेचनी है जी क्योंकि असी कुदरती करते हैं जी, ये तो सिर्फ यदा मतलब तो ये होना भी असी तो बड़े लोगों लिए, पैसे वाले लोगों की सेहत ठीक करने लिए कर रहे हैं और उहदे पिछे धारणा ये होगी जिन्ने सानूं वध पैसे मिलणगे असी ज़्यादा समृद्ध हो जाएंगे, असी ज़्यादा खुशहाल हो जाएंगे। ये थ्योरी दे बिल्कुल उल्ट चलना कि इतना घट खर्च के नाल चीज़ां पैदा करनियां ने कि आम आदमी जिहड़ा बिल्कुल लाइन च पिछले पासे खड़ा उन्होंने भी सस्ती तो सस्ते तरीके दे नाल कुदरती पौष्टिक भोजन, जहर मुक्त भोजन मुहैया करवाइए। और ये हो सकता है, संभव आ, मतलब मैं इस गल नूं कॉन्फिडेंस दे नाल कहना कि ये संभव आ। इदों जिन्ना साडी कैमीकल एग्रीकल्चर के उपर जिन्ना खर्च आउंदा, इदों चौथे हिस्से खर्च के नाल भी असी इदों ज़्यादा पैदावार लै सकते हैं। पर लै उदों सकते हैं जदों असी कुदरत की शरण दे विच जावांगे, जदों असी कुदरत के नियमां नूं समझांगे, जदों असी कुदरत का खिलवाड़ करना बंद कर देंगे। सो ये जिहड़ियां गल्लां ने इन्हां ते ध्यान केंद्रित करना और इन्हां ते चर्चा करनी और बहस मुबासा करना आम आदमी नाल भी और जिहड़े साडे नाल साडे कुछ लोग दूसरे आउंदे ने उन्हां सब नाल चर्चा करनी अज दे जमाने दे विच बहुत जरूरी है। कई तो कह रहे हैं भी घट घट आ, मैनूं तां इह लगदा भी जी इन्ने भी बाबे नानक दे चेले सही हत्थां 'च बन जाण, ये तां बाहले ने, आपां तां ज़्यादे आ। पर यह है भी वो पूरे जी सूत की तरह लगन और लग के फिर वो सिर्फ कहण ना, मूँह चों करके दिखाउण और समाज बदलूगा और असी वातावरण भी शुद्ध कर सकते हैं। क्योंकि जिन्नी इंडस्ट्री बढ़ूगी वातावरण उन्नी खराब होगा और साडी जिहड़ी खेती है जिन्ना असी इहनूं कुदरती पासे लेके जावांगे साडा वातावरण अपने आप दे विच शुद्ध होगा। जदों असी रेह खरीदना बंद कर देंगे, स्प्रेयां खरीदनियां बंद कर देंगे, जिन्ने भी उन्होंने कैमीकल प्रोडक्ट है वो बंद कर देंगे, इसका मतलब वो इंडस्ट्री अपने आप बंद हो जाएगी। और फिर यह है कि जो साडे विचार शुद्ध होंगे
ਮੈਂ 4 ਗੱਲਾਂ ਕਹੀਆਂ ਸੀ ਨਾ ਵੀ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਭੋਜਨ, ਸ਼ੁੱਧ ਵਿਚਾਰ। ਜੇ ਸਾਡੇ ਵਿਚਾਰ ਸ਼ੁੱਧ ਹੋ ਜਾਣ ਤਾਂ ਸਾਡੇ ਅੰਦਰ ਈਰਖਾ ਖਤਮ ਹੋ ਜਾਏਗੀ। ਫਿਰ ਸਾਨੂੰ ਇਹ ਨਹੀਂ ਲੱਗੂਗਾ ਵੀ ਉਹ ਪਾਕਿਸਤਾਨੀ ਆ, ਇਹ ਹਿੰਦੁਸਤਾਨੀ ਆ, ਇਹ ਉਹ ਚੀਨੀ ਆ, ਉਹ ਅਮਰੀਕੀ ਆ। ਫਿਰ ਸਾਨੂੰ ਉਹਨਾਂ 'ਚ ਸਾਰੇ ਇਨਸਾਨ ਦਿਖਣ ਲੱਗ ਜਾਣਗੇ। ਪਾਕਿਸਤਾਨੀ ਦੀ ਬਜਾਏ ਉਹਨੂੰ ਵੀ ਅਸੀਂ ਆਪਣਾ ਭਰਾ ਮੰਨਾਂਗੇ। ਫਿਰ ਅਸੀਂ ਉਹਦੇ ਨਾਲ ਲੜਾਈ ਦੀ ਗੱਲ ਛੱਡ ਦਿਆਂਗੇ। ਫਿਰ ਅਸੀਂ ਉਹਦੇ ਨਾਲ ਦੋਸਤੀ ਦਾ ਹੱਥ ਅੱਗੇ ਵਧਾਵਾਂਗੇ। ਫਿਰ ਵਾਹਗਾ ਬਾਰਡਰ ਵਾਲਾ ਬਾਰਡਰ ਖੁੱਲ੍ਹ ਸਕਦਾ। ਫਿਰ ਅਸੀਂ ਖੁੱਲ੍ਹਾ ਆਉਣ ਜਾਣ ਇੱਕ ਦੂਸਰੇ ਨਾਲ ਕਰਾਂਗੇ ਔਰ ਅਸੀਂ ਕਰ ਸਕਦੇ ਹਾਂ। ਦੁਨੀਆ ਨੂੰ ਅਸੀਂ ਬਾਰਡਰ ਰਹਿਤ ਦੁਨੀਆ ਬਣਾ ਸਕਦੇ ਹਾਂ। ਔਰ ਫਿਰ ਹੀ ਜਿਹੜਾ ਅਸੀਂ ਅੱਜ ਹਥਿਆਰਾਂ ਦੇ ਉੱਪਰ ਖਰਚਾ ਕਰ ਰਹੇ ਹਾਂ, ਸਾਡਾ ਸਭ ਤੋਂ ਵੱਧ ਜਿਹੜਾ ਖਰਚਾ ਸਾਡੀ ਗੌਰਮੈਂਟ ਦਾ ਬਜਟ ਦੇ ਵਿੱਚ 1 ਨੰਬਰ ਜਿਹੜੀ ਆਈਟਮ ਆ ਉਹ ਹਥਿਆਰਾਂ ਦੇ ਉੱਪਰ ਖਰਚਾ ਸਾਡੀ ਸਰਕਾਰ ਦਾ। ਔਰ ਉਹ ਬਜਟ ਦੀ ਆਈਟਮ ਆ ਜਿਹੜੀ, ਉਹ ਅਗਰ ਅਸੀਂ ਬਦਲ ਦਿੰਦੇ ਹਾਂ, ਉਹਨੂੰ ਅਸੀਂ ਕੁਦਰਤ ਨੂੰ ਠੀਕ ਕਰਨ ਦੇ ਵਿੱਚ, ਸਾਡੀ ਜ਼ਮੀਨ ਨੂੰ ਠੀਕ ਕਰਨ ਦੇ ਵਿੱਚ, ਪਾਣੀ ਨੂੰ ਠੀਕ ਕਰਨ ਦੇ ਵਿੱਚ ਲਾ ਦਿੰਦੇ ਹਾਂ, ਉਸ ਬਜਟ ਨਾਲ ਬਹੁਤ ਕੁਝ ਬਣ ਸਕਦਾ ਔਰ ਸਾਡੇ ਵਾਤਾਵਰਨ ਦਾ ਬਹੁਤ ਵੱਡਾ ਸੁਧਾਰ ਆ ਜਿਹੜਾ ਉਹ ਹੋ ਸਕਦਾ। ਸੋ ਇਹ ਚੀਜ਼ਾਂ ਦੀ ਰੋਸ਼ਨੀ ਸਾਨੂੰ ਕਾਮਰੇਡ ਅਜੀਤ ਸਿੰਘ ਜੀ ਮਹਿਮੂਆਣਾ ਹੋਰਾਂ ਨੇ ਦਿੱਤੀ। ਅਸੀਂ ਇਹ ਰੋਸ਼ਨੀ ਲੈ ਕੇ ਚੱਲ ਰਹੇ ਹਾਂ। ਜਿੰਨਾ ਚਿਰ ਸਾਹਸ ਆ ਉਹਨਾਂ ਚਿਰ ਚੱਲਦੇ ਰਹਾਂਗੇ, ਇਸ ਗੱਲ ਦਾ ਵਾਅਦਾ ਵੀ ਕਰਦੇ ਹਾਂ। ਔਰ ਲਾਸਟ ਤੇ ਮੈਂ ਇੱਕ ਗੱਲ ਕਹਿੰਦਾ ਹੋਇਆ ਕਿ ਕਈ ਵਾਰੀ ਅਸੀਂ ਕਹਿੰਦੇ ਆ ਵੀ ਸਾਡੇ ਕਈ ਗੀਤ ਵੀ ਆਉਂਦੇ ਨੇ ਕਿ ਵੀ ਬਾਬਾ ਨਾਨਕਾ ਤੂੰ ਦੁਆਰੇ ਆ, ਦੁਨੀਆ ਐ ਹੋ ਗਈ। ਕਈ ਕਾਮਰੇਡ ਕਹਿੰਦੇ ਨੇ ਭਗਤ ਸਿੰਘ ਤੂੰ ਆ ਜਾ ਯਾਰ। ਮਤਲਬ ਇਹ ਜਿਹੜੀਆਂ ਗੱਲਾਂ ਨੇ, ਇਹਨਾਂ ਗੱਲਾਂ 'ਚ ਕੋਈ ਦਮ ਨਹੀਂ। ਇਹਦਾ ਮਤਲਬ ਇਹ ਹੈ ਕਿ ਅਸੀਂ ਕੁਛ ਨਹੀਂ ਕਰਨਾ ਚਾਹੁੰਦੇ। ਬਾਬਾ ਨਾਨਕ ਦੁਆਰੇ ਆਵੇ, ਉਹ ਦੁਨੀਆ ਦਾ ਕਲਿਆਣ ਕਰੇ। ਭਗਤ ਸਿੰਘ ਦੁਆਰੇ ਆਵੇ, ਉਹ ਇਹਨਾਂ ਨੂੰ ਮਾਰੇ ਮੋਦੀ ਹੋਰਾਂ ਨੂੰ। ਅਸੀਂ ਤਾਂ ਆਪਦੇ ਜਵਾਕਾਂ ਨੂੰ ਫਿਰ ਕੋਈ ਵੱਡੀਆਂ ਪੋਸਟਾਂ ਤੇ ਲੈ ਕੇ ਜਾਣਾ ਨਾ, ਜਾਂ ਉਹਨਾਂ ਨੂੰ ਆਈਲੈਟਸ ਕਰਾ ਕੇ ਉਹਨਾਂ ਅੰਗਰੇਜ਼ਾਂ ਦੇ ਗੁਲਾਮ ਬਣਾਉਣਾ। ਅਸੀਂ ਤਾਂ ਇੱਕ ਪਾਸੇ ਜੀਤ ਸਿੰਘ ਸੀ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਪਰਵਰਿਸ਼ ਇਸ ਤਰੀਕੇ ਨਾਲ ਕੀਤੀ ਕਿ ਮਤਲਬ ਬਹੁਤ ਥੋੜੇ ਪਰਿਵਾਰ ਨੇ ਸੀ। ਮੈਂ ਮੇਰੇ ਕਈ ਦੋਸਤਾਂ ਨੂੰ ਇਸ ਕਰਕੇ ਲੈ ਕੇ ਆਇਆ ਸੀ ਇਸ ਮੀਟਿੰਗ ਦੇ ਵਿੱਚ ਕਿ ਯਾਰ ਹੋਰ ਕੁਛ ਨਹੀਂ, ਜੀਤ ਸਿੰਘ ਨੂੰ ਤਾਂ ਸ਼ਰਧਾਂਜਲੀ ਹੋ ਹੀ ਜਾਣੀ ਹੈ। ਤੁਸੀਂ ਇਹ ਦੇਖੋ ਵੀ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਕਿਸ ਤਰੀਕੇ ਨਾਲ ਆਪਣੇ ਪਿਤਾ ਨੂੰ ਯਾਦ ਕਰਦਾ ਔਰ ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰਦਾ, ਔਰ ਕਿਵੇਂ ਉਹ ਪਰਿਵਾਰ ਦੇ ਵਿੱਚ ਇੱਕ ਯੂਨਿਟੀ ਆ। ਇਹ ਚੀਜ਼ ਆ ਜਿਹੜੀ ਇਹ ਉਹਨਾਂ ਦੀ ਘਾਲਣਾ ਦਾ ਹੀ ਨਤੀਜਾ, ਇਹ ਐਵੇਂ ਹੀ ਨਹੀਂ ਆ ਗਿਆ। ਉਹਨਾਂ ਨੇ ਚੰਗੇ ਸੰਸਕਾਰ ਦਿੱਤੇ, ਉਸ ਸੰਸਕਾਰ ਤੋਂ ਇਹ ਪਰਿਵਾਰ ਆ ਜਿਹੜਾ ਉਹ ਸੰਸਕਾਰਾਂ ਤੇ ਚੱਲ ਰਿਹਾ। ਸੋ ਇਹਨਾਂ ਨੇ ਕੱਲ੍ਹ ਦੇ ਅਸੀਂ ਆਏ ਹਾਂ, ਬਹੁਤ ਸੇਵਾ ਕੀਤੀ ਆ, ਜਿੰਨੀ ਕਹਦੇ ਉਨੀ। ਬਹੁਤ ਜ਼ਿਆਦਾ ਸਾਡਾ ਪਿਆਰ, ਸਾਨੂੰ ਸਤਿਕਾਰ ਦਿੱਤਾ, ਜਿੰਨਾ ਕਹਦੇ ਉਨੀ। ਇਸ ਕਰਕੇ ਮੈਂ ਇਸ ਪਰਿਵਾਰ ਦਾ ਧੰਨਵਾਦ ਕਰਦਾ ਔਰ ਉਮੀਦ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਜਿੰਨਾ ਚਿਰ ਸਾਥ ਚੱਲਣਗੇ ਉਹਨਾਂ ਚਿਰ ਤੁਹਾਡੇ ਨਾਲ ਰਹਾਂਗੇ। ਆਪਾਂ ਸਾਰੇ ਰਲ ਮਿਲ ਕੇ ਇਸ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ। ਸਾਰੇ ਭਰਾ ਜਿੰਨੇ ਤੁਸੀਂ ਆਏ ਹੋ, ਸਰਦਾ ਤੇ ਫੁੱਲ ਭੇਟ ਕਰ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।